कवन वडाई कह सकूं बेअंत गुणिता। कर कृपा मोहे नाम देहो नानक दर सरिता। कवन वडाई कह सकूं बेअंत गुणिता। कर कृपा मोहे नाम देहो नानक दर सरिता। जागदी जोत रूहानी ज्ञान दे मुजस्मे बाणी के बोहित तन तन श्री गुरु ग्रंथ साहब महाराज जी की पावन पवित्र पाक हजूरी विच जुड़ बैठे सत्संगी जनों, कड़ते दियां वडियाइयां करन लई गुरु घर दे विच इकत्तर होए हों। आओ रल मिल के गुरु पिता जी की बाणी राहीं अपने मूल उस मालिक प्रभु दे चरनां नाल जुड़न दा हीला वसीला गुरु साहब ने सत्संगत नूं दस्या है। सो सत्संगत दियां ये अमोलक घड़ियां महाराज जी की रहमत ते कृपा नाल प्राप्त होंदियां हन। सतगुर दे पावन वाक भी ने वड भागी हर संगत पावैं भागहीन भ्रम चोटा खावैं बिन भागां सत संग न लभै बिन संगत मैल भरीजै जियो। गुरु की कृपा हुई है। आओ अज 30 नंबर पौड़ी नूं विचारांगे। हर आप अमूलक है मुल न पाया जाए, मुल न पाया जाए किसै विटों रहे लोक विल लाए। जितनियां भी संगतां गुरु चरनां नाल जुड़ रहीआं हन, भावें गुरु घर दे विच हाज़रियां भरियां हन, कई गुरु के प्रेमी घरां विच बैठ के भी जिहड़े शरीर करके ढिले हन जां बुजुर्ग हन नहीं आ सकते, सो घरां विच बैठ के भी संगत ये विचार सरवण करती है। क्योंकि संगतां दे फोन आते हैं, संगतां दसदियां हन कि असीं घर विच ही बैठ के प्रोग्राम सरवण कर रहे सी। जिथे कि हरिनगर की संगत सरवण करदी, उत्थे आले दुआले दूजियां थावां ते भी संगतां जुड़दियां हन। जिवें चंडीगढ़ तो किते अमृतसर बैठे हुए प्रेमी, बाहर विदेशों में USA वगैरह। सो चंगी गल है कि आपां किसी तरीके नाल जिहड़ा कुछ समा बापू की हजूरी विच बैठ के जां जिथे भी घरां विच देश प्रदेश बैठ के गुरु चरनां नाल जुड़दे हाँ, वो समा साडा सुभागा है, सफला है। बाकी समा तुहानूं पता लंघ ही रहा सारियां दा। सो आओ प्यार नाल करते दी विचार नाल जुड़िए। इस पौड़ी का मूल पाठ सारियां ने उच्ची आवाज़ दे विच करन दी कृपालता करनी, क्योंकि संगत की आवाज़ जिहड़ी है वो जिहड़ी संगत घरां विच बैठी हुंदी उत्थे तक जानी चाहिए। पर तुसीं बोलदे बड़ी स्लो,
ਤੁਸੀਂ ਉੱਚੀ ਬੋਲੋ ਤਾਂ ਮਾਈਕ ਆਵਾਜ਼ ਫੜੇਗਾ ਅਤੇ ਜਾਏਗੀ ਆਵਾਜ਼, ਉਹ ਸੋਚਣਗੇ ਵੀ ਸੰਗਤ ਗੁਰਦੁਆਰੇ ਹੈਗੀ ਹੈ। ਤੁਸੀਂ ਬੋਲਦੇ ਨਹੀਂ, ਲੱਗਦਾ ਹੀ ਨਹੀਂ ਵੀ ਜਿਵੇਂ ਸੰਗਤ ਗੁਰਦੁਆਰੇ। ਦਾਸ ਇੱਕ ਵਾਰੀ ਫਰੀਦਾਬਾਦ ਉੱਥੇ ਇੱਕ ਮਹੀਨਾ ਦਾਸ ਨੇ ਸੇਵਾ ਕੀਤੀ। ਇੱਕ ਮਾਤਾ ਇਕੱਲੀ ਆਉਂਦੀ ਸੀ ਜਦੋਂ ਪਹਿਲੇ ਦਿਨ ਦਾਸ ਨੇ ਕਥਾ ਕੀਤੀ, ਪਰ ਉਸਦੀ ਆਵਾਜ਼ ਇਤਨੀ ਸੀ ਕਿ 50 ਬੰਦਿਆਂ ਤੋਂ ਵੀ ਭਾਰੂ ਸੀ ਆਵਾਜ਼, ਇਤਨੀ ਉੱਚੀ ਬੋਲਦੀ। ਜਦੋਂ ਮੈਂ ਕੋਈ ਪੰਕਤੀ ਬੋਲਦਾ ਸੀ ਮੇਰੇ ਨਾਲੋਂ ਬਹੁਤ ਉੱਚੀ ਬੋਲਦੀ ਸੀ। ਸੋ ਆਪਾਂ ਸੰਗਤ 'ਚ ਆਏ ਹਾਂ ਤਾਂ ਜਿਤਨਾ ਉੱਚਾ ਬੋਲਾਂਗੇ, ਕਿਉਂਕਿ ਉਸ ਦਿਨ ਸਾਵਧਾਨਤਾ ਵੱਧਦੀ ਹੈ ਬਾਣੀ ਨੂੰ। ਇਸ ਕਰਕੇ ਕਹਿੰਦੇ ਨੇ ਉੱਚਾ ਬੋਲ ਬੋਲ ਕੇ ਆਪਣੇ ਕੰਨਾਂ ਰਾਹੀਂ ਸੁਣਨਾ, ਤਾਂ ਕਿ ਜਿਹੜਾ ਮਨ ਆਸੇ ਪਾਸੇ ਭਜ ਰਿਹਾ ਇਹ ਇਕਾਗਰ ਹੋ ਜਾਏ। ਸੋ ਸਾਰਿਆਂ ਨੇ ਉੱਚੀ ਆਵਾਜ਼ 'ਚ ਇਹ ਪੌੜੀ ਦਾ ਪਾਠ ਕਰਨਾ। ਆਓ ਸਾਹਿਬਾਂ ਨੂੰ ਝੁਕਾਓ ਸੀਸ, ਆਪਣੇ ਪਰਿਵਾਰ ਦੇ ਭਲੇ ਲਈ, ਆਪਣੇ ਬੱਚਿਆਂ ਦੇ ਭਲੇ ਲਈ। ਫਤਿਹ ਦੀ ਸਾਂਝ ਕਰੋ ਪਿਆਰ ਨਾਲ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿਟੋਂ, ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ, ਤਿਸਨੂੰ ਸਿਰ ਸੌਂਪੀਐ, ਵਿੱਚੋਂ ਆਪ ਜਾਏ। ਜਿਹਦਾ ਜੀਉ ਤਿਸ ਮਿਲ ਰਹਿ, ਹਰ ਵਸੈ ਮਨ ਆਏ। ਹਰ ਆਪ ਅਮੁਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਹਰ ਆਪ ਅਮੁਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਬੜੀ ਪਿਆਰੀ ਗੱਲ ਦੱਸੀ ਹੈ। ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਅਮੋਲਕ ਹੈ, ਔਰ ਕਿਸੇ ਵਿੱਚ ਇੰਨੀ ਸਮਰੱਥਾ ਨਹੀਂ ਕਿ ਉਸ ਮਾਲਕ ਦਾ ਕੋਈ ਵੀ ਮਨੁੱਖ ਮੁੱਲ ਪਾ ਸਕੇ। ਮੁੱਲ ਨਹੀਂ ਪਾਇਆ ਜਾ ਸਕਦਾ। ਪਰ ਅਸੀਂ ਦੇਖਦੇ ਹਾਂ, ਜਦੋਂ ਤੋਂ ਸ੍ਰਿਸ਼ਟੀ ਦੀ ਰਚਨਾ ਹੋਈ ਉਦੋਂ ਤੋਂ ਹੀ ਕਰਤੇ ਦੀ ਮਿੱਤ ਅੰਦਾਜ਼ਾ ਜਾਣਨ ਲਈ ਉਸਦਾ ਪੈਦਾ ਕੀਤਾ ਹੋਇਆ ਮਨੁੱਖ ਬੜਾ ਬੇਸਬਰਾ ਅਤੇ ਕਾਹਲਾ ਪੈ ਰਿਹਾ ਵੀ ਮੈਂ ਰੱਬ ਦਾ ਅੰਤ ਪਾ ਲਵਾਂ। ਬੜਾ ਬੇਸਬਰਾ ਹੋਇਆ ਹੋਇਆ। ਪਰੰਤੂ ਯਾਦ ਰੱਖਿਓ, ਉਹ ਇਹ ਭੁੱਲ ਜਾਂਦਾ ਹੈ ਕਿ ਕਰਤੇ ਦਾ ਅੰਤ ਕੇਵਲ ਕਰਤਾ ਹੀ ਜਾਣਦਾ ਹੈ। ਇਹ ਭੁੱਲ ਹੀ ਜਾਂਦੇ ਅਸੀਂ। ਭਾਵੇਂ ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਨਾ, ਉਦੋਂ ਤੋਂ ਸੰਸਾਰ ਦੇ ਕਿਤਨੇ ਬੰਦੇ ਨੇ ਜਿਹੜੇ ਉਸ ਦਾ ਅੰਤ ਪਾਉਣ ਦਾ ਯਤਨ ਕਰ ਰਹੇ ਹਨ ਵੀ ਛੇਤੀ ਅੰਤ ਪਾ ਲਈਏ ਰੱਬ ਦਾ। ਪਾਇਆ ਕਿਸੇ ਕੋਲੋਂ ਵੀ ਨਹੀਂ ਗਿਆ। ਮਹਾਰਾਜ ਨੇ ਸਪਸ਼ਟ ਲਿਖਿਆ, ਜਿਹਵਾ ਏਕ ਕਵਣ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਈਏ। ਕਿਸੇ ਨੇ ਪ੍ਰਾਪਤ ਕੀਤਾ ਹੀ ਨਹੀਂ, ਨਾ ਕੋਈ ਕਰ ਸਕਦਾ। ਜਿਵੇਂ ਬੂੰਦ ਸਾਗਰ ਦਾ, ਕਿਰਨ ਸੂਰਜ ਦਾ, ਜੁਜ ਕੁਲ ਦਾ ਅੰਤ ਨਹੀਂ ਪਾ ਸਕਦਾ। ਬਸ ਇਹੋ ਜਿਹੀ ਮਜਬੂਰੀ ਹੈ ਕੀਤੇ ਅਤੇ ਰਚੇ ਹੋਏ ਉਸ ਪਰਮਾਤਮਾ ਦੀ, ਜਿਸ ਨੇ ਸੰਸਾਰ ਨੂੰ ਰਚਿਆ ਹੈ। ਇਹ ਰਚਿਆ ਹੋਇਆ ਮਨੁੱਖ ਦੇ ਕੋਲ ਵੀ ਮਜਬੂਰੀ ਹੈ ਕਿ ਉਸ ਰਚਨਹਾਰ ਨੂੰ ਇਹ ਜਾਣ ਨਹੀਂ ਸਕਦਾ, ਭਾਵੇਂ ਯਤਨ ਕਰਦੇ ਨੇ ਸਾਰੇ। ਇਸ ਕਰਕੇ ਮਹਾਰਾਜ ਕਹਿੰਦੇ, ਕਰਤੇ ਕੀ ਮਿਤ ਨਾ ਜਾਣੇ ਕੀਆ। ਜੋ ਪੈਦਾ ਕੀਤਾ ਹੋਇਆ ਸੰਸਾਰ ਹੈ, ਉਹ ਕਰਤੇ ਦੀ ਮਿਤ ਦਾ ਅੰਦਾਜ਼ਾ ਨਹੀਂ ਮਿਤ ਦਾ ਅਰਥ ਹੁੰਦਾ ਅੰਦਾਜ਼ਾ ਲਾਣਾ। ਜੋ ਉਸਦਾ ਪੈਦਾ ਕੀਤਾ ਹੋਇਆ ਜਗਤ ਹੈ ਨਾ, ਜਿਸ ਨੇ ਪੈਦਾ ਕੀਤਾ ਸਾਰਿਆਂ ਨੂੰ, ਉਹਦੀ ਮਿਤ ਕੋਈ ਨਹੀਂ ਜਾਣ ਸਕਦਾ। ਕਰਤੇ ਕੀ ਮਿਤ ਨਾ ਜਾਣੇ ਕੀਆ, ਨਾਨਕ ਬੋਲੋ ਜੋ ਤਿਸ ਭਾਵੈ ਸੋ ਵਰਤੀ। ਇਹ ਸੁਖਮਨੀ ਸਾਹਿਬ ਦੀ ਪੰਕਤੀਆਂ ਤੁਸੀਂ ਰੋਜ਼ ਪੜ੍ਹਦੇ ਹੋ। ਮਹਾਰਾਜ ਕਹਿੰਦੇ, ਜੋ ਪੈਦਾ ਕੀਤਾ ਹੋਇਆ ਸੰਸਾਰ ਹੈ ਉਹ ਕਰਤੇ ਦੀ ਮਿਤ ਨਹੀਂ ਜਾਣ ਸਕਦਾ।
ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਬਾਣੀ 'ਚ ਇੱਥੇ ਤੱਕ ਲਿਖਿਆ, ਮਰ ਕਹਿੰਦੇ ਧਨ ਧਰਨੀ ਧਰ ਆਪ ਅਜੂਨੀ। ਉਹ ਪਰਮਾਤਮਾ ਧਰਤੀ ਦਾ ਆਸਰਾ ਹੈ, ਆਪ ਜੂਨਾਂ ਵਿੱਚ ਨਹੀਂ ਆਉਂਦਾ। ਧਨ ਧਰਨੀ ਧਰ ਆਪ ਅਜੂਨੀ, ਤੋਲ ਬੋਲ ਸਚ ਪੂਰਾ। ਤੇ ਮੈਂ ਕਹਿੰਦੇ ਕਰਤੇ ਕੀਮਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ। ਕਰਤੇ ਦੀ ਮਿਤ ਜਾਂ ਤਾਂ ਵਾਹਿਗੁਰੂ ਆਪ ਜਾਣਦਾ ਜਾਂ ਗੁਰੂ ਸੂਰਮਾ ਜਾਣਦਾ, ਹੋਰ ਤੀਜਾ ਬੰਦਾ ਕੋਈ ਨਹੀਂ ਜਾਣਦਾ। ਕਿਉਂਕਿ ਧਨ ਉਹ ਧਰਤੀ ਦਾ ਆਸਰਾ ਵਾਹਿਗੁਰੂ ਹੈ ਜੋ ਜੂਨਾਂ ਤੋਂ ਰਹਿਤ ਹੈ। ਤੋਲ ਤੇ ਬੋਲ ਵਿੱਚ ਸੱਚਾ ਤੇ ਪੂਰਾ ਅਕਾਲ ਪੁਰਖ ਵਾਹਿਗੁਰੂ। ਉਹਦਾ ਅੰਦਾਜ਼ਾ ਉਹ ਕਿੰਨਾ ਵੱਡਾ ਹੈ ਉਹ ਆਪ ਹੀ ਜਾਣਦਾ ਹੈ, ਜਾਂ ਉਸ ਨਾਲ ਅਭੇਦ ਕੋਈ ਸੂਰਮਾ ਗੁਰੂ ਜਾਣਦਾ ਹੈ। ਇੱਕ ਵਾਰੀ ਸਿੱਖ ਨੇ ਨਾ ਇਹ ਪੰਕਤੀ ਪੜ੍ਹ ਦਿੱਤੀ। 10ਵੇਂ ਪਾਤਸ਼ਾਹ ਦਾ ਦਰਬਾਰ ਸੱਜਿਆ ਸੀ, ਪਿੱਛੇ ਬੈਠ ਕੇ ਉੱਚੀ ਆਵਾਜ਼ ਪਾਠ ਕਰਦਾ ਸੀ, ਤਾਂ ਇਹ ਕੰਨਾਂ 'ਚ ਸਤਿਗੁਰੂ ਦੀ ਪੰਕਤੀ ਪਈ ਕਿ ਕਰਤੇ ਕੀਮਤ ਕਰਤਾ ਜਾਣੈ। ਉਹਨੇ ਪੜ੍ਹ ਦਿੱਤਾ ਕਿ ਜਾਣੈ ਗੁਰਸੂਰਾ। ਦੇਖੋ ਬਾਣੀ ਵਿੱਚ ਇੱਕ ਅੱਖਰ ਵੀ ਗਲਤ ਹੋ ਗਿਆ ਨਾ, ਇੱਕ ਦੁਲਾਂ ਨੂੰ ਲਾਂ ਬਦਲ ਦਿੱਤਾ ਤੇ ਅਰਥ ਦੇ ਅਨਰਥ ਹੋ ਜਾਂਦੇ। ਅਸੀਂ ਆਪਣੇ ਗੁਰੂ ਨੂੰ ਨਿੰਦਣਯੋਗ ਹੋ ਜਾਂਦੇ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਕਿਹਾ ਵੀ ਇਸਨੂੰ ਜਾ ਕੇ ਚਪੇੜ ਮਾਰੋ, ਤੇ ਜੋ ਜਾ ਕੇ ਕਿਸੇ ਸਿੱਖ ਨੇ ਉਹਨੂੰ ਚਪੇੜ ਮਾਰ ਦਿੱਤੀ। ਤੇ ਉਹਨੇ ਪੁੱਛਿਆ ਭਾਈ ਚਪੇੜ ਕਿਉਂ ਮਾਰੀ? ਕਹਿੰਦੇ ਮੈਂ ਤੇ ਨਹੀਂ ਮਾਰੀ, ਗੁਰੂ ਸਾਹਿਬ ਨੇ ਆਖਿਆ ਸੀ, ਮੈਨੂੰ ਭੇਜਿਆ ਤੇਰੇ ਕੋਲ ਵੀ ਚਪੇੜ ਮਾਰੋ। ਪੁੱਛਿਆ ਕਿਉਂ? ਕਹਿੰਦੇ ਤੇ ਗੁਰੂ ਨੂੰ ਜਾ ਕੇ ਪੁੱਛ। ਇੱਕ ਵਾਰੀ ਉਚਾਰਨ ਕਰੋ ਸਤਿਨਾਮ। ਇਹ ਪੁੱਛਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਉਂ ਚਪੇੜ ਲਵਾਈ ਹੈ? ਤੇ ਮਹਾਰਾਜ ਕੋਲ ਆ ਗਏ ਤਾਂ ਸੱਚੇ ਪਾਤਸ਼ਾਹ ਬਾਣੀ ਪੜ੍ਹਦੇ ਹਾਂ, ਹੋਰ ਚਪੇੜਾ ਵੀ ਲਵਾਉਂਦੇ ਹੋ। ਮਹਾਰਾਜ ਕਹਿੰਦੇ ਬਾਣੀ ਤਾਂ ਪੜ੍ਹਨਾ ਠੀਕ ਹੈ, ਪਰ ਤੂੰ ਬਾਣੀ ਕੀ ਪੜ੍ਹ ਰਿਹਾ ਸੀ? ਤੂੰ ਬਾਣੀ ਇਹ ਪੜ੍ਹ ਰਿਹਾ ਸੀ ਕਰਤੇ ਦੀ ਮਿਤ ਕਰਤਾ ਜਾਣਦਾ, ਗੁਰੂ ਸੂਰਮਾ ਕੀ ਜਾਣਦਾ। ਹੁਣ ਪਾਠ ਕੇ ਦਾ ਅਰਥ ਹੈ ਕੀ ਤੇ ਕਹਿ ਦਾ ਅਰਥ ਹੈ ਜਾਂ। ਕਿਤਨਾ ਫਰਕ ਹੋ ਗਿਆ ਵੀ ਤੂੰ ਕਿਹਾ ਵੀ ਗੁਰੂ ਸੂਰਮਾ ਪਾਓ ਕਿ ਗੁਰੂ ਨਾਨਕ ਕੀ ਜਾਣਦਾ ਹੈ। ਤੂੰ ਮੇਰੇ ਗੁਰੂ ਨੂੰ ਇਹ ਆਖੇ, ਜਗਤ ਦੇ ਗੁਰੂ ਨੂੰ ਇਹ ਆਖੇ ਉਹ ਕੀ ਜਾਣਦਾ ਹੈ। ਇਸ ਕਰਕੇ ਤੈਨੂੰ ਇਹ ਸਜ਼ਾ ਦਿੱਤੀ ਗਈ ਹੈ ਤਾਂ ਕਿ ਅੱਗੇ ਬਾਣੀ ਸੁਚੇਤ ਹੋ ਕੇ ਪੜ੍ਹੇ। ਇੱਕ ਅੱਖਰ ਬਦਲਿਆ ਕੇਵਲ, ਉਹਨੇ ਕੇ ਪੜ੍ਹਿਆ ਸੀ, ਹੈ ਕਹਿ। ਦੇਖੋ ਨਾ ਰਾਮ ਰਾਏ ਨੇ ਇੱਕ ਅੱਖਰ ਚੇਂਜ ਕੀਤਾ ਸੀ। ਬੇਈਮਾਨ ਬਸ ਮੁਸਲਮਾਨ ਸੀ, ਬੇਈਮਾਨ ਕਰ ਦਿੱਤਾ। ਗੁਰੂ ਸਾਹਿਬ ਨੇ ਘਰੋਂ ਕੱਢ ਦਿੱਤਾ ਸੀ। ਬਾਣੀ ਨੂੰ ਇਤਨਾ ਸ਼ੁੱਧ ਪੜ੍ਹਨਾ ਸਾਨੂੰ ਹੁਕਮ ਹੈ ਗੁਰੂ ਸਾਹਿਬ ਜੀ ਦਾ। ਇਹ ਸਾਨੂੰ ਇਤਿਹਾਸ 'ਚੋਂ ਪ੍ਰੇਰਨਾ ਮਿਲਦੀ ਹੈ ਵੀ ਗੁਰੂ ਸਾਹਿਬ ਨੇ ਆਪਣੇ ਸਗੇ ਪੁੱਤਰ ਨੂੰ, ਆਪਣੇ ਬਿੰਦੀ ਪੁੱਤਰ ਨੂੰ ਘਰੋਂ ਕੱਢ ਦਿੱਤਾ ਸੀ। ਕਿਉਂ? ਕਿਉਂਕਿ ਬਾਣੀ ਗਲਤ ਪੜ੍ਹ ਰਿਹਾ ਸੀ। ਪਰ ਇੱਥੇ ਸਮਝ ਆ ਰਹੇ ਨੇ ਸਤਿਗੁਰੂ ਜੀ ਸਾਨੂੰ ਵੀ ਕਰਤੇ ਦੀ ਜਿਹੜੀ ਮਿਤ ਹੈ, ਉਹਦਾ ਜਿਹੜਾ ਅੰਦਾਜ਼ਾ ਹੈ ਉਹ ਵਾਹਿਗੁਰੂ ਆਪ ਜਾਣਦਾ। ਜਾਂ ਕਹਿਦਾ ਅਰਥ ਹੈ ਜਾਂ ਜਾਣੈ ਗੁਰਸੂਰਾ, ਜਾਂ ਗੁਰੂ ਸੂਰਮਾ ਜਾਣਦਾ ਹੈ, ਭਾਵ ਕਿ ਸਮਰਥ ਗੁਰੂ ਜਾਣਦਾ ਹੈ। ਸਮਰਥ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ, ਜਿਹੜੇ ਹਰ ਰੋਜ਼ ਸਾਡੇ ਉੱਤੇ ਕਿਰਪਾ ਕਰਦੇ ਨੇ। ਸਮਰਥ ਗੁਰੂ ਸਿਤ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਅਸੀਂ ਆਉਂਦੇ ਗੁਰੂ ਕੋਲ, ਗੁਰੂ ਨਾਮ ਦੀ ਦਾਤ ਦਿੰਦੇ, ਸਾਨੂੰ ਕਿਰਪਾ ਕਰਦੇ ਸਾਡੇ ਉੱਤੇ। ਇਸ ਕਰਕੇ ਇੱਥੇ ਇਹ ਗੱਲ ਵਿਸ਼ੇਸ਼ ਕਰਕੇ ਨੋਟ ਕਰਨ ਵਾਲੀ ਕਿ ਗੁਰੂ ਨਾਨਕ ਨਿਰੰਕਾਰੀ ਜਿਹਾ ਸੂਰਮਾ, ਗੋਬਿੰਦ ਰੂਪ ਗੁਰੂ ਆਪ ਉਸਨੂੰ ਬੇਅੰਤ ਕਰਕੇ ਜਾਣਦਾ ਰਿਹਾ, ਵਖਿਆਣਦਾ ਰਿਹਾ। ਗੁਰੂ ਸਾਹਿਬ ਨੇ ਕਿਤੇ ਨਹੀਂ ਕਿਹਾ ਵੀ ਅਸੀਂ ਅੰਤ ਪਾ ਸਕਦੇ ਹਾਂ। ਸਗੋਂ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਵਿਚਾਰ ਵੇਖੋ, ਸ੍ਰਿਸ਼ਟੀ ਰਚਨਾ ਦੀ ਗੱਲ ਵੀ ਲੈ ਲਵੋ ਤਾਂ ਗੁਰੂ ਸਾਹਿਬ ਜੀ ਨੇ, ਸੂਰਮੇ ਗੁਰੂ ਨੇ ਹੋਰ ਮਤਾਂ ਦੇ ਚਲਾਕਾਂ ਵਾਂਗ ਵੱਖ ਦਾਅਵੇ ਕਰਨ ਦੀ ਥਾਂ 'ਤੇ ਕੋਈ ਗੱਲ ਕਹੀ। ਗੁਰੂ ਸਾਹਿਬ ਨੇ ਕੋਈ ਦਾਅਵਾ ਨਹੀਂ ਕੀਤਾ। ਬਾਕੀ ਹੋਰ ਮਤਾਂਤਰਾਂ ਦੇ ਲੋਕ ਚਲਾਕੀ ਨਾਲ ਆਪਣੇ ਢੰਗ ਨਾਲ ਪਰਮਾਤਮਾ ਦੀ ਹਰ ਗੱਲ ਨੂੰ ਬਿਆਨ ਕਰਦੇ ਰਹੇ ਵੀ ਰਚਨਾ ਇੱਦਾਂ ਬਣੀ, ਇੱਦਾਂ ਹੋਇਆ, ਇੱਦਾਂ। ਉਹਨਾਂ ਨੇ ਤਾਂ ਸਵਰਗ ਅਤੇ ਨਰਕ ਦੇ ਨਕਸ਼ੇ ਵੀ ਬਣਾ ਦਿੱਤੇ ਜਿਵੇਂ ਉੱਥੇ ਬੈਠੇ ਹੋਣ। ਪਤਾ ਕਿਸੇ ਨੂੰ ਕੁਛ ਨਹੀਂ ਹੈ, ਪਰ ਆਪਣੀ ਪਹਿਲੀ ਜਾਂਦੇ ਨੇ, ਆਪਣੀ ਗੱਲ ਅੱਗੇ ਕਰੀ ਜਾਂਦੇ ਵੀ ਅਸੀਂ ਦੇਖੋ ਕਿਤਨੇ ਮਹਾਨ। ਪਰ ਗੁਰੂ ਨਾਨਕ ਨਿਰੰਕਾਰੀ ਨੇ ਕਿਤੇ ਨਹੀਂ ਕਿਹਾ। ਸਤਿਗੁਰੂ ਨੇ ਸਪਸ਼ਟ ਆਖਿਆ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ। ਜਿਸ ਨੇ ਸ੍ਰਿਸ਼ਟੀ ਰਚੀ ਉਹ ਆਪ ਹੀ ਜਾਣਦਾ। ਕੋਈ ਦਾਵਾ ਨਹੀਂ ਮੇਰੇ ਗੁਰੂ ਨਾਨਕ ਨੇ ਕੀਤਾ। ਬਾਕੀ ਤੁਸੀਂ ਜਿਤਨੇ ਵੀ ਧਰਮ ਗ੍ਰੰਥ ਪੜ੍ਹ ਕੇ ਵੇਖੋ, ਉਹਨਾਂ ਵਿੱਚ ਦਾਅਵੇ ਕੀਤੇ ਹੋਏ ਨੇ। ਗੁਰੂ ਸਾਹਿਬ ਜੀ ਨੇ ਹਮੇਸ਼ਾ ਬੇਨਤੀ ਕਿਹਾ
क्योंकि महाराज कहते कवन वडाई कह सकूँ बेअंत गुणीता, कि वडियाई करा, तू तो बेअंत गुणा का मालक है। क्या तेरे कवन कवन गुण कह के गावा, तू साहिब गुणी निधाना, तुमरी महिमा वरण न साकू, तू ठाकुर ऊच भगवाना। तू ठाकुर मालक सबना का उच्चा ते पूर्ण भगवान है। इसलिए जद कामल मुरसद विसमादी बैराग की अवस्था में पुज के अपने आप नूं अपनी दूई नूं मिटा के वाहिगुरू विच अभेद हो जाता है ना, तो फिर अंत की गल कौन दसेगा। एक गल याद रखना, रब दे विच जिहड़ा बंदा जितना अभेद होई जाता है, उन्होंने यकीन हो जाता है भी वाहिगुरू तू बेअंत है। एक बार उच्चारण करो सतनाम। ना उस क्योंकि गुरु साहब तो अभेद होए सन, परमात्मा में लीन होए सन। इस करके गुरु साहब जी ने किते नहीं परमात्मा के बारे इस तरह दसिया भी परमात्मा एडा वड्डा है ਜਾਂ इदां दा है। इत्थे तो स्पष्ट ही लिखिया सुन वड्डा आखै सब कोय, केवट वड्डा डीठा होए, कीमत पाए ना कहा जाए, कहने वाले तेरे रहे समाए। वड्डे मेरे साहिबा कहर गंभीरा, गुणी गहीरा, कोई ना जाने तेरा केता केवट चीरा। कोई नहीं जानता सतगुर कहते हैं। और सच जानना, जिमें गुरु साहब जी ने यह विचारधारा सानू समझाई, जिहड़ी गल गुरु साहब जी अज समझा रहे हैं कि हर आप अमूलक है, मुल ना पाया, उहदा मुल नहीं पाया जा सकता, क्योंकि वो है ही अमूलक है। तो जे कोई दसदा है तो वह भुलेखा है, और जिहड़ा उस दे विच अभेद हो जाता है वह दस नहीं सकता। जिवें कि एक बारी ना लूण नमक का ढेम, वो कहते संगियां नाल सिर्फ कुछ विचारा ऐसियां होंदियां समझण लई होंदियां ने, ते नमक दूजे ढेम नाल, क्योंकि कवियां दी एक उडारी होंदी है। कवि लोग जिहड़े कविता करते हैं उन्हां दी अपनी एक उडारी होंदी है। जिवें तुसीं भाई वीर सिंह जी दीयां कवितावां पढ़ो, उन्हां दी अपनी एक उडारी है। हर एक चीज़ दे नाल वो गल्लां बातां करदे ने, इस तरह की पेशकारी है उन्हां दी। कहते एक लूण का ढेम दूजे ढेम नाल गल कर रहा है कि देख मैं समुंदर का उरला बनना ते परला बनना अंदर जाके वापस आके तुहानूं दसांगा। दूजा कहता नहीं दस सकता, कहना नहीं शर्त रही मैं जाके दसांगा भी समुंदर कितना डूंगा है, समुंदर कितना गहरा, समुंदर का उरला बनना ते परला बनना किहड़ा है। जिवें कि परमात्मा विचों बने हुए लूण समुंदर चों बनता है, तो समुंदर का वो टिकाणा दसना चाहता है, क्योंकि अज वो वखरा हो गया, समुंदर तो नमक का लूण का ढेम बन गया, तो वो आपस में गल्लां कर रहे हैं दोनों। वो कहता नहीं दस सकता, कहते ना मैं देख अंदर जाना हूँ समुंदर दे विच, फिर आके ना अंत दसांगा समुंदर का। तो एक विद्वान ने बड़ी सोहनी गल लिखी, चली पूतली नूण की, पुतरी का अर्थ है ढेम, चली पूतरी नूण की, नूण का अर्थ नमक दी, की करन थां सिंध की लैन, सिंध का अर्थ है महासागर, हिंद सागर जिन्हों कहते हैं। कहना उसकी थां लैन वास्ते लूण की एक पुतली चल पई, की कह के चली कि मैं समुंदर का अंत प्राप्त करके ना दसांगी। नाथ आप आपे पही, जदों समुद्र में चली गई, समुंदर आप नाथ है, मालक है, नाथ आप आपे पही, कहते वो समुंदर का रूप आप ही हो गई। पलट कहे खो कौन, भी पलट के हुण कौन दसे भी समुंदर कितना गहरा, हो तो आप गई वापस आई नहीं। जिहड़ा परमात्मा की भजन बंदगी करेगा, वाहिगुरू के चरणों नाल जिमें जिमें जुड़ता जाएगा ना, तो वो उस दे विच अभेद हुंदा चलाएगा, उस दे बारे कह ही नहीं सकता। कौन आखेगा, कोई नहीं कह सकता। जिमें नमक की वो जिहड़ी एक ढेम सी, पुतली सी, जदों समुंदर विच गई ना, तो समुंदर हो गई, जाके समुंदर विच समा गई, फिर बाहर आके हुण कौन दसे। जिहड़ा बंदा भी उसके अंदर समा जाएगा, उसके विचार नूं समझदा चला जाएगा, वो फिर परमात्मा बारे कह नहीं सकता। और जिहड़े कहंदे ने गुस्ताखी माफ़ करना, सतगुरु गुरु नानक पातशाह ने आख्या सोई अजान कहे मैं जाना, जानन हार ना छाना रे। वो अनजाना जिहड़ा कह रहा मैं सब कुछ जानना,
ਜਾਣ ਜਾਣ ਕੇ ਕੋਈ ਗੱਲ ਸਮਝ ਆਉਂਦੀ, ਮੈਂ ਕੁਛ ਨਹੀਂ ਜਾਣ ਸਕਿਆ ਜੀ, ਕੋਈ ਸਮਝ ਨਹੀਂ ਆਈ। ਜਿਹੜਾ ਕਹਿ ਰਹੇ, ਜਿਹੜੇ ਦਾਅਵੇ ਕਰਦੇ ਨੇ, ਦਾਵੇ ਦਾਜਨ ਸੇ ਗਏ ਨਿਰਦਾਵੇ ਰਹਿ ਨਿਸੰਗ। ਜਿਹੜੇ ਦਾਅਵੇ ਕਰਦੇ ਉਹ ਰਹਿ ਜਾਂਦੇ ਨੇ ਸੰਸਾਰ ਵਿੱਚ, ਜਿਹੜੇ ਦਾਅਵੇ ਛੱਡ ਦਿੰਦੇ ਨੇ ਉਹ ਸਭ ਕੁਝ ਹੋ ਜਾਂਦੇ ਨੇ। ਇੱਕ ਵਾਰ ਉਚਾਰਨ ਕਰੋ ਸਤਨਾਮ। ਜੇ ਤੁਸੀਂ ਵਾਕਈ ਸਭ ਕੁਝ ਹੋਣਾ ਤੇ ਆਪਣੇ ਜ਼ਿੰਦਗੀ ਦੇ ਦਾਅਵੇ ਕਰਨੇ ਛੱਡ ਦਿਓ। ਕਿਸੇ ਗੱਲ ਦਾ ਕੋਈ ਦਾਅਵਾ ਨਹੀਂ, ਮੈਂ 5 ਪਾਠ ਕਰਦਾ, ਮੈਂ 10 ਪਾਠ ਕਰਦਾ, ਮੈਂ ਇਤਨੀ ਸਤਸੰਗਤ ਕਰਦਾ, ਇਤਨਾ ਸਮਾਂ ਬਹਿੰਦਾ, ਇਹ ਸਾਰੇ ਦਾਅਵੇ ਕਿਸੇ ਅਰਥ ਨਹੀਂ। ਰੱਬ ਉਹਨਾਂ ਨੂੰ ਮਹਾਨ ਕਰਦਾ ਜਿਨ੍ਹਾਂ ਨੇ ਦਾਅਵੇ ਕਰਨੇ ਛੱਡ ਦਿੱਤੇ। ਜਿਹੜੇ ਦਾਅਵੇ ਕਰਦੇ ਨੇ ਉਹ ਕੁਛ ਵੀ ਨਹੀਂ ਬਣ ਸਕੇ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਵੀ ਕਹਿੰਦੇ ਨੇ, ਭਾਈ ਉਹ ਅਣਜਾਣ ਹੈ ਜਿਹੜਾ ਕਹਿ ਰਿਹਾ ਮੈਂ ਸਭ ਕੁਝ ਜਾਣਦਾ ਹਾਂ। ਕਿਉਂਕਿ ਜਾਣ ਕੇ ਅਸੀਂ ਕੀ ਕਹਿ ਸਕਦੇ ਹਾਂ। ਜਦੋਂ ਗੁਰੂ ਨਾਨਕ ਪਾਤਸ਼ਾਹ ਰੱਬ ਨਾਲ ਗੱਲਾਂ ਕਰਦੇ ਨੇ ਨਾ, ਇੱਕ ਤਾਂ ਬਾਣੀ ਨੂੰ ਆਪਾਂ ਨਾ ਇਸ ਤਰ੍ਹਾਂ ਪੜ੍ਹਿਆ ਕਰੀਏ ਕਿ ਗੁਰੂ ਅੰਦਰ ਵਰਤ ਕੇ ਰੱਬ ਨਾਲ ਗੱਲਾਂ ਕਰਦਾ ਹੈ, ਰੱਬ ਦੀ ਵਡਿਆਈ ਸਾਡੇ ਤੱਕ ਪਹੁੰਚਾਉਂਦਾ ਹੈ। ਕਦੀ ਤੁਸੀਂ ਤੋਂ ਬਾਣੀ ਨੂੰ ਪੜ੍ਹਿਆ ਕਰੋ ਨਾ, ਤੇ ਅੰਦਰ ਗੁਰੂ ਸ਼ਬਦ ਵਿਚੋਲਾ ਬਣਾ ਕੇ ਨਾ ਵਾਰਤਾਲਾਪ ਆਪਣੇ ਮਨ ਵਿੱਚ ਕਰਿਆ ਕਰੋ, ਡਿਬੇਟ ਕਰਿਆ ਕਰੋ ਅੰਦਰ। ਇੱਕ ਪਾਸੇ ਪਰਮਾਤਮਾ, ਇੱਕ ਪਾਸੇ ਅਸੀਂ ਹਾਂ, ਵਿਚਕਾਰ ਗੁਰੂ ਵਿਚੋਲਾ ਹੈ। ਕਰਤੇ ਦੀ ਗੱਲਾਂ ਸਾਨੂੰ ਕਹਿੰਦਾ, ਸਾਡੀ ਗੱਲ ਕਰਤੇ ਨੂੰ ਕਹਿੰਦਾ। ਗੁਰੂ ਦਾ ਇਹ ਕੰਮ ਹੈ। ਸਾਡਾ ਦੁੱਖ ਸੁੱਖ ਗੁਰੂ ਕਿਹਨੂੰ ਦੱਸਦਾ ਹੈ? ਵਾਹਿਗੁਰੂ ਜੀ ਨੂੰ। ਵਾਹਿਗੁਰੂ ਜੀ ਦੀ ਵਡਿਆਈ ਸਾਨੂੰ ਦੱਸਦੇ ਨੇ ਸਤਿਗੁਰੂ, ਵੀ ਵਾਹਿਗੁਰੂ ਵਿੱਚ ਇਹ ਵਡਿਆਈਆਂ ਨੇ, ਵਾਹਿਗੁਰੂ 'ਚ ਇਹ ਗੁਣ ਨੇ। ਤੁਸੀਂ ਕਦੀ ਜਦੋਂ ਬਾਣੀ ਧਿਆਨ ਨਾਲ ਪੜ੍ਹੋਗੇ ਨਾ, ਜਦੋਂ ਮਗਨ ਹੋ ਕੇ ਬਾਣੀ ਪੜ੍ਹੋਗੇ, ਤੁਹਾਨੂੰ ਫਿਰ ਸਮਝ ਆ ਜਾਏ ਕਿ ਹਾਂ, ਕਿ ਅੰਦਰ ਇਸ ਤਰ੍ਹਾਂ ਗੁਰੂ ਵਰਤ ਰਿਹਾ ਬਾਣੀ ਵਿੱਚ। ਕੋਈ ਵੀ ਪੰਕਤੀ, ਕੋਈ ਸ਼ਬਦ ਲੈ ਲਓ, ਜਿਵੇਂ ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹੋ। ਇਹ ਕੌਣ ਕਰ ਰਿਹਾ? ਗੁਰੂ ਵਿਚਕਾਰ ਵਰਤ ਰਿਹਾ ਹੈ। ਉਹ ਦੱਸ ਰਿਹਾ ਵੀ ਜੋ ਤੂੰ ਦੇਣਾ ਇਹ ਉਹੀ ਪਾਉਂਦੇ ਨੇ। ਵਾਰਤਾਲਾਪ ਕਰਕੇ ਵੇਖੋ, ਕਿਤੇ ਗੁਰੂ ਸੰਵਾਦ ਰੂਪ ਦੇ ਵਿੱਚ ਲੈ ਕੇ ਦੇਖੋ ਵੀ ਪਰਮਾਤਮਾ ਸਮਰੱਥ ਹੈ, ਸਚਿਆਰ ਹੈ, ਕਰਤਾ ਪੁਰਖ ਹੈ। ਜੋ ਅਕਾਲ ਪੁਰਖ ਵਾਹਿਗੁਰੂ ਦਿੰਦਾ ਹੈ, ਮੈਂ ਉਹੀ ਪ੍ਰਾਪਤ ਕਰਦਾ। ਗੁਰੂ ਸਾਹਿਬ ਆਖ ਰਹੇ ਨੇ, ਤੇ ਅਸੀਂ ਗੁਰੂ ਸਾਹਿਬ ਦੇ ਸੇਵਕ ਹਾਂ। ਅਸੀਂ ਵੀ ਇਹੀ ਕਹਿਣਾ ਵੀ ਮਹਾਰਾਜ ਜੋ ਉਹ ਸਾਨੂੰ ਦਿੰਦਾ ਅਸੀਂ ਪ੍ਰਾਪਤ ਕਰਦੇ ਨੇ। ਜੋ ਤੂੰ ਦੇਹ ਸੋਈ ਹੋ ਪਾਈ ਰਹਾਓ ਸਭ ਤੇਰੀ। ਹੁਣ ਦੇਖੋ ਗੁਰੂ ਬੋਲ ਰਿਹਾ ਹੈ, ਪਰਮਾਤਮਾ ਕਹਿ ਰਿਹਾ ਸਭ ਤੇਰੀ, ਇਹ ਸ੍ਰਿਸ਼ਟੀ ਸਾਰੀ ਤੇਰੀ ਹੈ ਤੇ ਤੂੰ ਸਭਨਾਂ ਦਾ ਕਰਤਾ ਹੈ। ਇਹ ਗੁਰੂ ਵਿਚਾਰ ਜਿਹੜਾ ਨਾ ਸੰਵਾਦ ਰੂਪ ਵਿੱਚ ਵਰਤ ਰਿਹਾ ਹੈ, ਸ਼ਬਦ ਰੂਪ ਦੇ ਵਿੱਚ। ਇਹ ਬੜੀ ਬਰੀਕੀ ਨਾਲ ਗੁਰੂ ਨੂੰ ਸਮਝਣਾ ਪੈਣਾ ਹੈ। ਆਪਾਂ ਗੁਰੂ ਕਈ ਵਾਰੀ ਨਾ ਸਮਝ ਲੈਂਦੇ ਹਾਂ ਕਿ ਜਿਹੜਾ ਪ੍ਰਕਾਸ਼ ਹੋਇਆ ਨਾ ਉਹ ਗੁਰੂ ਰੂਪ ਦੇ ਵਿੱਚ, ਸ਼ਬਦ ਰੂਪ ਦੇ ਵਿੱਚ। ਪਰ ਸ਼ਬਦ ਰੂਪ ਦੇ ਵਿੱਚ ਜਿਵੇਂ ਵਰਤ ਰਿਹਾ ਉੱਥੇ ਤੱਕ ਨਹੀਂ ਆਪਾਂ ਪਹੁੰਚਦੇ। ਸਿਵਾ ਆਪਾਂ ਉੱਥੇ ਤੱਕ ਤਾਂ ਪਹੁੰਚੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਆਪਾਂ ਜੋ ਅਨੁਭਵ ਕਰ ਲੈਂਦੇ ਵੀ ਇੱਦਾਂ ਪ੍ਰਕਾਸ਼ ਹੁੰਦਾ, ਮਹਾਰਾਜ ਦੀ ਬਾਣੀ ਲਿਖੀ ਹੋਈ ਹੈ, ਇੱਦਾਂ ਦਾ ਹੀ ਅਨੁਭਵ ਹੈ ਨਾ ਸਾਡਾ ਸਾਰਿਆਂ ਦਾ। ਪਰ ਉਸ ਤੋਂ ਅਗਲਾ ਅਨੁਭਵ ਕੀ ਹੈ? ਦੇਖੋ ਜਿਵੇਂ ਆਪਾਂ ਬਾਣੀ ਦੇ ਨੇੜੇ ਹੋਵਾਂਗੇ ਨਾ ਗੁਰਸਿੱਖੋ, ਤੇ ਸਾਨੂੰ ਇੱਕ ਅਗਲਾ ਅਨੁਭਵ ਪ੍ਰਾਪਤ ਹੋਏਗਾ ਤੇ ਉਹ ਤੋਂ ਪਤਾ ਲੱਗੇਗਾ ਵੀ ਗੁਰੂ ਇਸ ਰੂਪ ਵਿੱਚ ਵਰਤ ਰਿਹਾ ਹਰ ਥਾਂ ਤੇ। ਜਦੋਂ ਆਪਾਂ ਕਹਿੰਦੇ ਨਾ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਹ ਇਸ ਰੂਪ ਦੇ ਵਿੱਚ ਹੀ ਹੈ। ਉਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾਡੇ ਨਾਲ ਨਹੀਂ ਹੈ, ਪਰ ਉਹ ਗੁਪਤ ਰੂਪ ਦੇ ਵਿੱਚ ਜੋ ਵਰਤ ਰਿਹਾ, ਜੋ ਸਾਡੇ ਸੰਵਾਦ ਰੂਪ ਵਿੱਚ ਅੰਦਰ ਬੈਠਾ ਹੋਇਆ ਹੈ। ਸਾਡੀ ਗੱਲ ਪਰਮਾਤਮਾ ਨੂੰ ਕਹਿ ਰਿਹਾ, ਪਰਮਾਤਮਾ ਦੀ ਗੱਲ ਸਾਨੂੰ ਕਹਿ ਰਿਹਾ। ਹਰ ਥਾਂ ਤੇ ਹਰ ਵੇਲੇ ਕਹਿ ਰਿਹਾ, ਜਿੱਥੇ ਤੁਸੀਂ ਰਹਿੰਦੇ ਉੱਥੇ ਵਰਤ ਰਿਹਾ ਹਰ ਵੇਲੇ। ਉਹ ਤੁਹਾਡੇ ਸੰਗ ਹੈ ਗੁਰੂ। ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹੋ ਪਾਈ ਰਹਾਓ ਸਭ ਤੇਰੀ। ਤੂੰ ਸਭ ਨੇ ਤਿਹਾਇਆ, ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨੁ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਓ ਸਭ ਤੁਝ ਹੀ ਮਾਏ। ਇਹ ਕੌਣ ਕਹਿ ਰਿਹਾ? ਗੁਰੂ ਕਹਿ ਰਿਹਾ ਤੂੰ ਦਰਿਆ ਹੈ, ਇਹ ਸਾਰੇ ਤੇਰੇ ਵਿੱਚ ਨੇ। ਹੁਣ ਗੁਰੂ ਨੂੰ ਫੜ ਲਓ, ਇਹਦੇ ਵਿੱਚੋਂ ਕੱਢ ਲਓ ਜੇ ਜੀਵਨ ਸਫਲਾ ਕਰਨਾ ਤਾਂ। ਗੁਰੂ ਦੀ ਨੇੜਤਾ ਵਧਾ ਲਓ, ਤੁਹਾਨੂੰ ਫਿਰ ਕਦੀ ਵੀ ਐਸਾ ਫੀਲ ਨਹੀਂ ਹੋਏਗਾ ਵੀ ਅਸੀਂ ਗੁਰਦੁਆਰੇ ਨਹੀਂ ਬੈਠੇ। ਹੁਣ ਇੱਕ ਵਾਰੀ ਉਚਾਰਨ ਕਰੋ ਸਤਨਾਮ। ਜਦੋਂ ਇਸ ਤਰ੍ਹਾਂ ਗੁਰੂ ਨਾਲ ਸੰਵਾਦ ਹੋਏਗਾ ਨਾ, ਤਾਂ ਹਰ ਥਾਂ ਤੇ ਫਿਰ ਗੁਰੂ ਦੀ ਹੋਂਦ ਸਾਨੂੰ ਸਮਝ ਆਏਗੀ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਦੀ ਅਮੋਲਕਤਾ ਦੱਸਣ ਵਾਸਤੇ ਆਖਿਆ ਕਿ ਦੇਖੋ ਦੁਨੀਆ ਦੇ ਲੋਕੋ, ਇਹ ਗੱਲ ਸੱਚ ਕਰਕੇ ਮੰਨ ਲਓ। ਸ੍ਰੀ ਰਾਗ ਦੇ ਦੂਜੇ ਸ਼ਬਦ ਵਿੱਚ ਗੁਰੂ ਬਾਬਾ ਜੀ ਜ਼ਿਕਰ ਕਰਦੇ ਨੇ, ਕੋਟ ਕੋਟੀ ਮੇਰੀ ਆਰਜਾ ਪਵਨ ਪਿਯਨ ਅਪਿਆਉ,
ਚੰਦ ਸੂਰਜ ਦੋਇ ਗੁਫੈ ਨ ਦੇਖਾਂ, ਸੁਪਨੇ ਸੋਣ ਨ ਥਾਉ, ਵੀ ਤੇਰੀ ਕੀਮਤ ਨਾ ਪਵੈ, ਹੋਂ ਕੇਵੜ ਆਖਾਂ ਨਾਉ। ਗੁਰੂ ਸਾਹਿਬ ਜੀ ਨੇ ਉਸ ਸ਼ਬਦ ਵਿੱਚ ਹਰ ਇੱਕ ਗੱਲ ਦਾ ਜ਼ਿਕਰ ਕੀਤਾ। ਜੋ ਲੋਕ ਜਿਹੜੇ ਕੰਮ ਕਰ ਰਹੇ ਸਨ ਰੱਬ ਦੀ ਪ੍ਰਾਪਤੀ ਵਾਸਤੇ, ਉਹਦਾ ਆਖਿਰਲਾ ਬੰਨਾ ਲੱਭਣ ਵਾਸਤੇ, ਕਿਉਂਕਿ ਅਸੀਂ ਬੇਸਬਰੇ ਹੋਏ ਨਾ ਸੰਸਾਰ ਦੇ ਵਿੱਚ ਵੀ ਰੱਬ ਦੀ ਹੱਦਬੰਦੀ ਕੀ ਹੈ ਉਹਨੂੰ ਆਪਾਂ ਛੇਤੀ ਸਮਝ ਲਈਏ। ਪਰ ਗੁਰੂ ਸਾਹਿਬ ਕਹਿੰਦੇ ਉਸ ਨੂੰ ਸਮਝਣ ਲਈ ਪਰਮਾਤਮਾ ਅਮੋਲਕ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਭਾਵੇਂ ਮਨੁੱਖ ਕੋਟ ਕੋਟੀ ਮੇਰੀ ਆਰਜਾ। ਕੋਟ ਦਾ ਅਰਥ ਹੈ ਕਰੋੜ, ਮਤਲਬ ਜੋ ਕਰੋੜਾਂ ਸਾਲ ਉਮਰ ਹੋ ਜਾਏ। ਮਰ ਕਹਿੰਦੇ ਤਾਂ ਵੀ ਕੀ ਹੋਏਗਾ, ਪਵਨ ਪਿਯਨ ਅਪਿਆਓ। ਕਰੋੜਾਂ ਸਾਲ ਦੀ ਉਮਰ ਹੋਵੇ ਤੇ ਮੈਂ ਆਪਣਾ ਭੋਜਨ ਪਾਣੀ ਦੀ ਥਾਂ ਤੇ ਹਵਾ ਹੋਵੇ। ਚੰਦ ਸੂਰਜ ਦੋਏ ਗੁਫਾ ਨਾ ਦੇਖਾਂ, ਚੰਦ ਤੇ ਸੂਰਜ ਗੁਫਾ ਦੇ ਅੰਦਰ ਬਹਿ ਜਾਵਾਂ ਔਰ ਮੈਂ ਬਿਲਕੁਲ ਦੋਨਾਂ ਨੂੰ ਦੇਖਾਂ ਨਾ, ਇਤਨੀ ਬੰਦਗੀ ਕਰਾਂ, ਇਤਨੀ ਸਿਫਤ ਸਲਾਹ ਕਰਾਂ, ਇਤਨੀ ਵਡਿਆਈ ਕਰਾਂ, ਇਤਨੇ ਗੁਣ ਗਾਵਾਂ। ਮਹਾਰਾਜ ਕਹਿੰਦੇ ਸੁਪਨੇ ਸੌਣ ਨਾ ਥਾਂ, ਸੁਪਨੇ ਵਿੱਚ ਵੀ ਨਾ ਸੋਵਾਂ, ਹਰ ਵੇਲੇ ਲੱਗਿਆ ਰਵਾਂ। ਪਰ ਗੁਰੂ ਸਾਹਿਬ ਕਹਿੰਦੇ ਪੀ ਤੇਰੀ ਕੀਮਤ ਨਾ ਪਵੇ। ਇਤਨਾ ਕੁਝ ਕਰਨ ਤੋਂ ਬਾਅਦ ਵੀ ਹੇ ਪਰਮਾਤਮਾ ਤੇਰਾ ਮੁੱਲ ਨਹੀਂ ਪੈ ਸਕਦਾ, ਤੇਰੀ ਕੀਮਤ ਨਹੀਂ ਪੈ ਸਕਦੀ। ਤੇ ਹੋਂ ਕੇਵੜ ਆਖਾਂ ਨਾਉ, ਫਿਰ ਕਿਵੇਂ ਤੇਰਾ ਨਾਉ ਆਖਾਂ? ਜੇ ਇਤਨਾ ਕੁਝ ਕਰਨ ਤੋਂ ਬਾਅਦ ਵੀ ਤੇਰਾ ਮੁੱਲ ਨਹੀਂ ਪੈ ਸਕਦਾ, ਤੂੰ ਅਮੋਲਕ ਦਾ ਅਮੋਲਕ ਹੀ ਹੈ। ਮਰ ਕਹਿੰਦੇ ਅੱਗੇ ਸਾਚਾ ਨਿਰੰਕਾਰ ਨਿਜ ਥਾਏ, ਸੁਣ ਸੁਣ ਆਖਣ ਆਖਣਾ, ਜੇ ਭਾਵੈ ਕਰੇ ਤਮਾਏ। ਮਹਾਰਾਜ ਕਹਿੰਦੇ ਨੇ ਉਹ ਸੱਚਾ ਨਿਰੰਕਾਰ ਨਿਜ ਥਾਏ, ਸੁਣ ਸੁਣ ਆਖਣ ਆਖਣਾ, ਸੁਣ ਸੁਣ ਕੇ ਉਸਨੂੰ ਆਖਦਾ, ਜੇ ਭਾਵੈ ਕਰੇ ਤਮਾਏ। ਜੋ ਉਹਨੂੰ ਭਾਉਂਦਾ ਉਸ ਤਰ੍ਹਾਂ ਹੀ ਪਰਮਾਤਮਾ ਕਰਦਾ ਹੈ। ਇਸ ਕਰਕੇ ਅਸੀਂ ਉਸ ਮਾਲਕ ਦਾ ਅੰਤ ਨਹੀਂ ਪਾ ਸਕਦੇ। ਇਸ ਕਰਕੇ ਸਤਿਗੁਰ ਦੇ ਵਿੱਚ ਪਰਮ ਨਿਮਰਤਾ ਹੈ। ਅੱਜ ਪਤਾ ਪ੍ਰੋਬਲਮ ਕੀ ਹੈ, ਲੋਕ ਸਾਨੂੰ ਗੁਰੂਆਂ ਵਾਂਗ ਵੇਖਣਾ ਚਾਹੁੰਦੇ ਹੈ, ਪਰ ਜਦੋਂ ਗੁਰੂ ਸਾਹਿਬ ਜੀ ਦੇ ਕਿਰਦਾਰ ਨੂੰ ਵੇਖਦੇ ਲੋਕ, ਪੜ੍ਹਦੇ ਨੇ ਉਹਨਾਂ ਬਾਰੇ ਔਰ ਸਿੱਖਾਂ ਨੂੰ ਵੇਖਦੇ ਨੇ, ਬੜਾ ਫਰਕ ਹੈ। ਜੋ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਗੱਲ ਹੈ, ਉਹ ਲੋਕ ਸਿੱਖਾਂ ਵਿੱਚ ਵੇਖਣਾ ਚਾਹੁੰਦੇ ਨੇ। ਔਰ ਜੇ ਉੱਦਾਂ ਆਪਾਂ ਪ੍ਰਚਾਰ ਕੀਤਾ ਹੁੰਦਾ ਨਾ, ਆਪਾਂ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੁੰਦਾ, ਤੇ ਅੱਜ ਗੱਲ ਕੁਝ ਹੋਰ ਹੋਣੀ ਸੀ। ਮੈਂ ਕਈ ਵਾਰੀ ਇਸ ਕਰਕੇ ਬੇਨਤੀ ਕਰਦਾ, ਜਦੋਂ ਸਿਰ ਤੇ ਪੱਗ ਹੋਵੇ ਨਾ, ਤੇ ਇਹ ਨਿਸ਼ਾਨੀ ਗੁਰੂ ਮਹਾਰਾਜ ਦੀ ਦਿੱਤੀ ਹੋਈ ਹੈ। ਜਦੋਂ ਵੀ ਤੁਸੀਂ ਕੋਈ ਕੰਮ ਸਮਾਜ ਵਿੱਚ ਰਹਿ ਕੇ ਕਰਦੇ ਹੋ, ਤੇ ਇਹ ਤੁਸੀਂ ਇਕੱਲੇ ਨਹੀਂ ਹੈ। ਉਸ ਵੇਲੇ ਤੁਹਾਡੇ ਕੋਲ ਨਿਸ਼ਾਨ ਖਾਲਸਾ ਪੰਥ ਦਾ ਹੈ। ਪੱਗ ਜਿਹੜਾ, ਕੋਈ ਟੈਕਸੀ ਚਲਾ ਰਿਹਾ ਹੈ, ਕੋਈ ਕਿਤੇ ਕਿਸੇ ਵੀ ਥਾਂ ਤੇ ਬੈਠਾ ਹੋਇਆ, ਤੇ ਆਪਣੀ ਜ਼ਬਾਨ ਨੂੰ ਇਸ ਪੱਗ ਦੇ ਆਧਾਰ ਤੇ ਖੋਲ੍ਹਣੀ ਚਾਹੀਦੀ। ਤੁਸੀਂ ਵੇਖੋ ਕਿਤਨੇ ਗਾਲਾਂ ਕੱਢਣ ਲੱਗ ਪੈਂਦੇ ਨੇ, ਲੜਨ ਨੂੰ ਆਉਂਦੇ ਨੇ, ਦੁਕਾਨਾਂ ਤੇ ਬੈਠੇ ਹੋਏ, ਗੱਡੀਆਂ ਚਲਾਉਂਦੇ ਹੋਏ, ਏਅਰਪੋਰਟ ਤੇ ਲੱਗੇ ਹੋਏ। ਸਾਨੂੰ ਇਹ ਸਮਝ ਲੈਣਾ ਚਾਹੀਦਾ, ਮੈਂ ਇਕੱਲਾ ਵੱਖਰਾ ਨਹੀਂ। ਮੇਰੀ ਪੱਗ ਜਿਹੜੀ ਹੈ ਨਾ, ਇਹ ਗੁਰੂ ਸਾਹਿਬ ਜੀ ਦੀ ਗੱਲ ਚੱਲ ਰਹੀ ਹੈ ਹੁਣ ਇੱਥੇ। ਜੇ ਮੈਂ ਕਿਸੇ ਨੂੰ ਗਾਲਾਂ ਕਰਦਾ ਤੇ ਲੋਕ ਕਹਿਣਗੇ ਵੀ ਇਸ ਦਾ ਗੁਰੂ ਕਿੱਦਾਂ ਦਾ? ਕਿਤੇ ਵੀ ਆਪਾਂ ਬੈਠੇ ਹਾਂ ਨਾ। ਇਸ ਕਰਕੇ ਸਾਨੂੰ ਉਸ ਤਰ੍ਹਾਂ ਦੀ ਨਿਮਾਣਤਾ, ਨਿਮਰਤਾ, ਉਸ ਤਰ੍ਹਾਂ ਦੀ ਹਲੇਮੀ ਅੱਜ ਪੈਦਾ ਕਰਨ ਦੀ ਲੋੜ ਹੈ। ਅਸੀਂ ਅਕਸ ਖਰਾਬ ਨਹੀਂ ਕਰਨਾ। ਚੰਦ ਸਿੱਖ ਹੁੰਦੇ ਨੇ ਜਿਹੜੇ ਕਿ ਸਾਰੀ ਕੌਮ ਦਾ ਅਕਸ ਖਰਾਬ ਕਰ ਦਿੰਦੇ ਨੇ। ਸਾਰੇ ਤਾਂ ਨਹੀਂ ਹੁੰਦੇ, ਪਰ ਚੰਦ ਲੋਕ ਹੁੰਦੇ ਨੇ ਜਿਨ੍ਹਾਂ ਦਾ ਵਰਤਾਓ ਠੀਕ ਨਹੀਂ, ਬੋਲ ਬਾਣੀ ਠੀਕ ਨਹੀਂ, ਉੱਠਣਾ ਬੈਠਣਾ ਠੀਕ ਨਹੀਂ, ਜਿਨ੍ਹਾਂ ਦਾ ਕਰੈਕਟਰ ਠੀਕ ਨਹੀਂ। ਇਸ ਕਰਕੇ ਜਦੋਂ ਵੀ ਗੁਰੂ ਸਾਹਿਬ ਜੀ ਦੇ ਖਾਲਸੇ ਪੰਥ ਦੀ ਗੱਲ ਚੱਲੇ ਨਾ, ਤਾਂ ਇਹ ਗੱਲ ਜੀਵਨ 'ਚ ਯਾਦ ਰੱਖਣਾ ਕਿ ਹਮੇਸ਼ਾ ਆਪਣੇ ਆਪ ਨੂੰ ਉਸ ਢੰਗ ਦੇ ਨਾਲ ਸੰਸਾਰ ਸਮਾਜ ਦੇ ਵਿੱਚ ਰੱਖਣਾ ਕਿ ਅਸੀਂ ਜਿਵੇਂ ਉਹਨਾਂ ਦੀ ਅੱਜ ਵੀ ਪੈਰਵਾਈ ਕਰ ਰਹੇ ਹਾਂ ਆਪਣੇ ਗੁਰੂ ਸਾਹਿਬਾਨਾਂ ਦੀ। ਕੁਛ ਗੱਲਾਂ ਤੋਂ ਅਸੀਂ ਕੀਤੀ ਹੈ, ਲੰਗਰ ਲਾਏ, ਵਧੀਆ ਕੰਸੈਪਟ ਸੀਗਾ, ਲੱਗਣੇ ਚਾਹੀਦੇ ਸਨ, ਮਨੁੱਖਤਾ ਦੀ ਸੇਵਾ ਹੋਣੀ ਚਾਹੀਦੀ ਸੀ। ਪਰ ਲੰਗਰ ਦੇ ਨਾਲ ਨਾਲ ਜੋ ਅਸੀਂ ਹੋਰ ਗਲਤ ਕਰ ਰਹੇ ਹਾਂ, ਉਹ ਸਾਰਾ ਪ੍ਰਭਾਵ ਖਤਮ ਹੋ ਜਾਂਦਾ ਹੈ। ਸਾਨੂੰ ਇਸ ਕਰਕੇ ਸਮਾਜ ਵਿੱਚ ਰਹਿਣ ਲੱਗਿਆਂ ਬੜੇ ਸੁਚੇਤ ਹੋ ਕੇ ਔਰ ਸਹੀ ਢੰਗ ਨਾਲ ਵਿਚਰਨ ਦੀ ਲੋੜ ਹੈ।
इस कर गुरु साहब सानू उस पक्षों भी गुरु चरनां नाल जोड़ के सानू जीवन किरदार घड़न की जाच बख्शते हैं। सो गुरु नानक पातशाह तो लैके 10वें पातशाह तक सारे गुरु साहिबाना ने सानू उस अकाल पुरख वाहिगुरु की जिहड़ी बेअंतता है उसनू साडे सामने दस्या है। क्योंकि गुरु अमरदास जी इस पौड़ी विच गुरु नू सिर्फ अर्पण करन की गल कर रहे हैं, सिर सौंपण की गल कर रहे हैं। सिखां ने सिर सारिਆਂ ने सौंपिया, क्योंकि गुरु नानक पातशाह तां धुर तो गुरु हैं। ये गल वखरी है कि असीं जदों इतिहास नूं देखदे हां तां उसदे विच बड़ा रला है। सानू बाणी राहीं देखना चाहिए भी जिहड़ा रला उन्होंने पासे कर देना चाहिए। बाणी मुताबिक गुरु के जीवन के किरदार की गल करनी चाहिए। पर कई बार हैरानी होंदी है कि साडे जिहड़े प्रचारक ने ना वो गुरु ग्रंथ साहब जी के शब्द की गल नूं पासे करके वो कहते भी ये लिखा होया है इतिहास के अंदर। वो भाई बाणी तुहाडे गुरुआं ने लिखी है, इतिहास सारा बिगाना ने लिखा। एक भी सिख कोई भाई गुरदास जी नूं छड्ड दो, भाई नंदलाल नूं छड्ड दो, हुण दसो किहड़ा सिख सीगा लिखारी। तीजा लिखारी दसो ना पूरी कौम दे विच किहड़ा लिखारी है, सारा दूजा ने लिखिया इतिहास। इस करके इतिहास दे विच तुहानूं उस तरह का रला मिल जाता है जो, क्योंकि इतिहास जो कॉपी पेस्ट होंदा है। पुराने ग्रंथां दे जिस तरह लिखा है उस तरह ही सिर्फ नाम चेंज करके इतिहास सिरजा जाता है। ये तुहानूं पता होना चाहिए, कॉपी पेस्ट है। मैं जी डॉक्टर महेंद्र कौर गिल प्रिंसीपल रही है माता सुंदरी कॉलेज की, जिहड़े पहलां पढ़े होणगे उहदे कोलों जाणदे होणे ने। ਉਹਦੀ किताब पढ़ रहा सी माता सुंदरी के जीवन बारे ते 4 साहिबजादे का इतिहास लिखा। उन्हें सारा कॉपी पेस्ट किया। जो मैं पढ़िया तो मेरा मन नहीं मनिया, क्योंकि मेरा मन उत्थे ही मने थे गुरबाणी की कसवटी ते गल पूरी होवे। पर जिहड़ी सुनी सुनाई गल्लां जिहड़ियां गुरु साहब की बाणी के विचारधारा अनुसार नहीं जुड़ रही तो वह भी नाल असी इतिहास दे विच पा दिंदे हां। क्योंकि सानू अज सुचेत होने की लोड़ है हर पक्षों। सो मैं बेनती कर रहा सी कि गुरु साहब जी ने सानू जिहड़ा किरदार बख्शिया उत्थे गुरु नानक का जिहड़ा हट है। देखो गुरु साहब जी की जो आपां गल करते ना भी गुरु साहब जी ने 13 तोलिया मोदी खाना किया, असी एक पक्ष सिर्फ करते हैं कि गुरु साहब जी ने उत्थे लोगों नूं अनाज दिता। 13 करके सिर्फ अनाज नहीं दिता, गुरु साहब ने लोगों को सच्चा आचरण दिता। उत्थे बैठ के सच्चे आचार की गल की, आत्मिक जिहड़े जीवन की गल की, आत्मिक जीवन की जिहड़ा वस्तुआं ने ना उसका व्यापार करना सिखाया गुरु साहब ने। आत्मिक उडारियां सिखां नूं लाणियां सिखाईयां जिहड़े जिग्यासू सन। इस करके असीं वेखदे जो आत्मिक जीवन के सच गुरु नानक पातशाह ने उत्थे बोलिया ना, जिहड़े पाखंडी सन, दंभी सन, स्वार्थी सन, बहुरूपी जिहड़े लोग सन ना वो सारे ढहंदे चले गए, परे परे होंदे चले गए। क्योंकि जिंदगी के सौदे विच सोच समझ के पूरी तरह गुरु साहब जी ने वो व्यापार किया जिहड़ा व्यापार सानू अज भुल बैठे असीं। गुरु नानक पातशाह ने केवल अन्न जल ही नहीं दिता, लोग जिहड़े आए उन्होंने ज्ञान दे के, समझ दे के, विचार दे के, जीवन किरदार घड़ के भेजा उन्हों का। असीं केवल कही जाते भी गुरु साहब कोल कोई आउंदा सी ते वस्ता दे दिंदे सन। खाली दुनियावी वस्तुआं नहीं दित्तियां, ये सानू हमेशा याद रखना चाहिए। उस हट ते बह के गुरु साहब ने रूहानी जीवन की वस्तु बेची, उत्थे बैठ रूहानियत का भी प्रचार नाल नाल कीता। जे किते साडे किरदार विच भी ये विचारधारा आ जाए, यकीन जानना साडा जीवन बड़ा आनंदमई खेड़े वाला हो सकता है। और गुरु साहब ने जो गुरु ग्रंथ साहब की संपूर्णता की ना, गुरु अर्जन देव जी ने सानू ये दस्या कि थाल विच 3 वस्तु पईओ, सत संतोख विचारो, अमृत नाम ठाकुर का पियो, जिसका सबस आधारो। उस नाम नाल असी जुड़ना है। क्योंकि जे को खावे जे को भुंचै, जे खा के असी पचा लीए, जो आप सुनते हैं ना कथा कीर्तन पाठ, ये साडे अंदर कुछ किनका मात्र अंदर पच जाए।
ਜਿਵੇਂ ਰੋਟੀ ਨਾ ਪਚੇ ਸਰੀਰ ਦਾ ਹਿੱਸਾ ਨਹੀਂ ਬਣਦੀ, ਜੇ ਬਾਣੀ ਨਾ ਪਚੇ ਤੇ ਇਹ ਮਨ ਦਾ ਹਿੱਸਾ ਨਹੀਂ ਬਣਦੀ। ਕੱਲਾ ਸੁਣ ਕੇ ਨਾ ਜਾਇਆ ਕਰੋ, ਇਹਨੂੰ ਕੋਸ਼ਿਸ਼ ਕਰਿਆ ਕਰੋ ਵੀ ਬਾਅਦ ਵਿੱਚ ਜਾ ਕੇ ਵੀ ਨਾ ਘਰ ਆਪਣੇ ਬੱਚਿਆਂ ਨੂੰ ਦੱਸਿਆ ਕਰੋ। ਜਿੱਥੇ ਤੁਸੀਂ ਦੁਨਿਆਵੀ ਗੱਲਾਂ ਆਪਣੇ ਬੱਚਿਆਂ ਨਾਲ ਕਰਦੇ ਹੋ, ਦੇਸ਼ ਪ੍ਰਦੇਸ਼ਾਂ ਵਿੱਚ ਕਈਆਂ ਦੇ ਬੱਚੇ ਰਹਿੰਦੇ ਨੇ, ਕਿਹਦੀ ਭੈਣ ਬਾਹਰ ਰਹਿੰਦੀ ਅੰਦਰ ਪੜ੍ਹ, ਜਿੱਥੇ ਉੱਥੇ ਕੁਛ ਗੱਲਾਂ ਉਹ ਜਿਹੜੀ ਗੱਲਾਂ ਤੁਹਾਨੂੰ ਯਾਦ ਰਹਿ ਗਈਆਂ ਨੇ ਉਹ ਸਾਂਝੀਆਂ ਕਰੋ। ਤੁਹਾਡੀ ਪੱਕੀ ਹੋ ਜਾਣੀ ਹੈ, ਉਹਦੇ ਮਨ ਵਿੱਚ ਹੋ ਸਕਦਾ ਕੋਈ ਚਿਣਕ ਲੱਗ ਜਾਏ ਗੁਰਮਤਿ ਗਿਆਨ ਦੀ। ਤੁਸੀਂ ਉਹਦੇ ਗੱਲਾਂ ਹੋਰ ਵੀ ਮੰਨ ਲਿਆ, ਰੋਟੀ ਕੀ ਖਾਧੀ ਹੈ, ਫਲਾਣਾ ਕੀ, ਉਹ ਤਾਂ ਰੋਜ਼ ਹੀ ਕਰਦੇ ਹੋ ਤੁਸੀਂ, ਉਹਦਾ ਕੋਈ ਅਰਥ ਤਾਂ ਹੈ ਨਹੀਂ ਹੈ। ਕੋਈ ਰੋਟੀ ਦੀ ਗੱਲਾਂ ਕਰਕੇ ਤੁਸੀਂ ਖੂਨ ਕੱਢ ਦਿੰਦੇ ਹੋ, ਅੱਜ ਕੀ ਬਣਾਇਆ, ਕੀ ਖਾਧਾ, ਇਸ ਤੋਂ ਅੱਗੇ ਆਪਾਂ ਜਾਂਦੇ ਹੀ ਨਹੀਂ। ਇਹ ਮੈਂ ਗਲਤ ਕਹਿ ਰਿਹਾ ਤਾਂ ਮੈਨੂੰ ਫੜ ਲੈਣਾ ਤੁਸੀਂ। ਇੱਦਾਂ ਹੀ ਆਪਾਂ ਕਰਦੇ ਨਾ ਸਾਰਾ ਕੁਝ। ਤਾਂ ਉਹ ਚੰਗਾ ਹੋਵੇ ਜੇ ਆਪਾਂ ਨੂੰ ਉਹ ਸਮਾਂ ਮਿਲਿਆ ਅਤੇ ਕੁਛ ਗੱਲਾਂ ਜੋ ਸਾਨੂੰ ਸਮਝ ਆਈਆਂ ਉਹ ਆਪਣੇ ਫੋਨ ਰਾਹੀਂ ਜਿਹਦੇ ਨਾਲ ਸਾਡਾ ਸੰਬੰਧ ਹੈ, ਜਿਹਨਾਂ ਨਾਲ ਅਸੀਂ ਗੱਲਾਂ ਬਾਤਾਂ ਕਰਦੇ ਹਾਂ, ਅਤੇ ਉਹਨਾਂ ਨੂੰ ਜੇ ਦੱਸੀਏ ਉਹਦਾ ਲਾਭ ਸਾਨੂੰ ਬਹੁਤਾ ਹੋਣਾ। ਕਿਉਂ? ਸਾਡਾ ਪੱਕਾ ਹੋ ਜਾਣਾ, ਸਾਡੀ ਗੱਲ ਦੁਹਰਾਈ ਜਾਣੀ ਹੈ, ਸਾਡੇ ਦਿਮਾਗ ਦੇ ਵਿੱਚ ਉਸਨੇ ਬੈਠ ਜਾਣਾ। ਤੁਸੀਂ ਕਿਸੇ ਨੂੰ ਨਹੀਂ ਦੱਸੋਗੇ, ਤੁਹਾਡੇ ਦਿਮਾਗ 'ਚ ਉਹ ਗੱਲ ਕਰ ਨਹੀਂ ਕਰੇਗੀ। ਇਹ ਹਮੇਸ਼ਾ ਯਾਦ ਰੱਖੋ। ਇਸ ਕਰਕੇ ਗੁਰੂ ਪਿਤਾ ਮਹਾਰਾਜ ਨੇ ਅੱਜ ਜਿਹੜੀ ਗੱਲ ਸਾਨੂੰ ਸਮਝਾਈ, ਉਹ ਸਮਝਾਈ ਕਿ ਇਹ ਗੱਲ ਚੰਗੀ ਤਰ੍ਹਾਂ ਨੋਟ ਕਰ ਲਓ ਜੀਵਨ ਵਿੱਚ ਕਿ ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਹੁਣ ਪੌੜੀ ਦੇ ਵਿਚਾਰ ਨੂੰ ਸਹੀ ਕਰਕੇ ਸਾਰੇ ਸਮਝ ਲਓ। ਮਹਾਰਾਜ ਕਹਿੰਦੇ ਹਰੀ ਪਰਮਾਤਮਾ ਜਿਹੜਾ ਉਹ ਅਮੁੱਲਕ ਹੈ, ਉਸਦਾ ਮੁੱਲ ਨਹੀਂ ਪਾਇਆ ਜਾ ਸਕਦਾ। ਪਾਓ ਕਿਸੇ ਵਿੱਚ ਇਹ ਸਮਰਥਾ ਹੀ ਨਹੀਂ, ਕਿਸੇ ਵਿੱਚ ਇਹ ਤਾਕਤ ਹੀ ਨਹੀਂ ਕਿ ਵਾਹਿਗੁਰੂ ਦਾ ਕੋਈ ਮੁੱਲ ਪਾ ਸਕੇ। ਫਿਰ ਕਹਿਣ ਲੱਗੇ ਮੁੱਲ ਨਾ ਪਾਇਆ ਜਾਏ ਕਿਸੇ ਬਿਟੋਂ ਰਹੇ ਲੋਕ ਵਿਲ ਲਾਏ। ਕਿਸੇ ਤੋਂ ਵੀ ਉਸਦਾ ਮੁੱਲ ਨਹੀਂ ਪੈ ਸਕਦਾ। ਕੋਈ ਭਾਵੇਂ ਅਰਬੋਪਤੀ ਹੈ, ਖਰਬੋਪਤੀ ਹੈ, ਕੋਈ ਜਿਤਨਾ ਮਰਜ਼ੀ, ਕੋਈ ਗਿਆਨੀ ਹੈ, ਕੋਈ ਬਲਵਾਨ ਹੈ, ਕੋਈ ਧਨਵਾਨ ਹੈ, ਜਿਹੜੀ ਮਰਜ਼ੀਆਂ ਚੀਜ਼ਾਂ ਹੋਣ। ਵੈਸੇ ਵੀ 3 ਤਰ੍ਹਾਂ ਦੇ ਲੋਕ ਮਾਣ ਕਰਦੇ ਨੇ, ਧਨਵਾਨ, ਗਿਆਨਵਾਨ, ਬਲਵਾਨ। ਨਾ ਧਨਵਾਨ ਪ੍ਰਾਪਤ ਕਰ ਸਕਦਾ, ਨਾ ਗਿਆਨਵਾਨ ਪ੍ਰਾਪਤ ਕਰ ਸਕਦਾ, ਨਾ ਬਲਵਾਨ ਪ੍ਰਾਪਤ ਕਰ ਸਕਦਾ। ਇਹ ਭੁਲੇਖਾ ਹੋ ਸਕਦਾ ਸਾਡਾ। ਉਹਦਾ ਮੁੱਲ ਕੋਈ ਨਹੀਂ ਪਾ ਸਕਦਾ ਵਾਹਿਗੁਰੂ ਜੀ ਦਾ। ਸਾਧੂ ਕਹਿੰਦੇ ਨੇ ਮੁੱਲ ਨਾ ਪਾਇਆ ਜਾਏ ਕਿਸੇ ਵਿੱਚ, ਕਿਸੇ ਤੋਂ ਉਸਦਾ ਮੁੱਲ ਨਹੀਂ ਪੈ ਸਕਦਾ। ਰਹੇ ਲੋਕ ਵਿਲ ਲਾਏ, ਐਵੇਂ ਲੋਕੀ ਉਸਦਾ ਮੁੱਲ ਪਾਉਣ ਲਈ, ਪਾਓ ਅੰਤ ਲੈਣ ਲਈ ਖਪ ਖਪਾ ਰਹੇ ਹਨ, ਖੁਆਰ ਹੋ ਰਹੇ ਨੇ। ਜਿਵੇਂ ਕਿ ਕਬੀਰ ਸਾਹਿਬ ਨੇ ਆਖਿਆ, ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰੋ ਮਰਮ ਨਾ ਜਾਣਾ। ਨਹੀਂ ਭੇਦ ਜਾਣਿਆ। ਅੱਜ ਵੀ ਬਹੁਤ ਲੋਕ ਖਪ ਰਹੇ ਨੇ, ਉਸਦਾ ਕੋਈ ਲਾਭ ਨਹੀਂ। ਗੁਰਬਾਣੀ ਇੱਕੋ ਹੀ ਗੱਲ ਕਹਿੰਦੀ ਹੈ, ਤੂੰ ਉਸ ਪਰਮਾਤਮਾ ਨੂੰ ਸਿਰਫ ਗਾ, ਉਹਦੀ ਸਿਫਤ ਸਦਾ ਕਰ, ਬਾਕੀ ਗੱਲਾਂ ਵੱਲ ਧਿਆਨ ਨਾ ਦੇ। ਸਾਡਾ ਧਿਆਨ ਹੋਰ ਪਾਸੇ। ਸਾਨੂੰ ਤਾਂ ਗੁਰੂ ਸਾਹਿਬ ਨੇ ਇਤਨੇ ਪਿਆਰੀ ਪਿਆਰੀ ਵਿਚਾਰਾਂ ਬਖਸ਼ੀਆਂ ਕਿ ਸਵਰਗ ਵਾਸ ਨਾ ਵਾਚੀ ਹੈ, ਡਰੀਏ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਏ ਹੈ, ਮਨੇ ਨਾ ਕੀਜੇ ਆਸ। ਤੂੰ ਇਹਨਾਂ ਚੱਕਰਾਂ 'ਚ ਕਿਉਂ ਪੈਂਦਾ? ਜੋ ਹੋਣਾ ਹੋ ਕੇ ਰਹਿਣਾ। ਅਸੀਂ ਇਹਨਾਂ ਚੱਕਰਾਂ 'ਚ ਪਏ, ਕੱਲ੍ਹ ਕੀ ਹੋਣਾ, ਕੱਲ੍ਹ ਕੀ ਹੋਇਆ ਸੀ। ਛੱਡ ਦਿਓ ਇਹ ਗੱਲ ਵੀ। ਸਗੋਂ ਇਹਨਾਂ ਚੀਜ਼ਾਂ ਤੋਂ ਡਰਨ ਦੀ ਲੋੜ ਹੈ ਕਿ ਮੇਰੇ ਕੋਲੋਂ ਐਸਾ ਕੰਮ ਨਾ ਹੋਵੇ ਜਿਹੜਾ ਗੁਰੂ ਦੇ ਵਿਚਾਰਧਾਰਾ ਤੋਂ, ਸਿਧਾਂਤ ਤੋਂ ਉਲਟ ਹੈ। ਉਹ ਕੰਮ ਮੇਰੇ ਕੋਲੋਂ ਨਾ ਹੋਵੇ, ਉਸ ਤੋਂ ਡਰਿਆ ਕਰੋ ਹਮੇਸ਼ਾ। ਜੇ ਡਰਨਾ ਹੈ ਨਾ ਤਾਂ ਉਸ ਤੋਂ ਡਰੋ ਜਿਹੜਾ ਕੰਮ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਉਲਟ ਹੈ। ਇਹ ਡਰਨ ਦੀ ਲੋੜ ਨਹੀਂ ਵੀ ਕੱਲ੍ਹ ਦੁੱਖ ਆਉਣਾ ਕਿ ਸੁੱਖ ਆਉਣਾ, ਕੱਲ੍ਹ ਪਤਾ ਨਹੀਂ ਸਾਡਾ ਕੀ ਹੋਏਗਾ, ਨਰਕ ਮਿਲੇਗਾ ਕਿ ਸਵਰਗ ਮਿਲੇਗਾ। ਸਿੱਖ ਨੂੰ ਇਹ ਸੋਚਣ ਦੀ ਕੋਈ ਲੋੜ ਨਹੀਂ। ਇੱਥੇ ਤੱਕ ਕਵਨ ਨਰਕਿਆ ਸਵਰਗ ਵਿਚਾਰਾ, ਸੰਤਨ ਦੋ ਉਦਾਦੇ, ਹਮ ਕਾਹੂ ਕੀ ਕਾਨ ਨਾ ਕਰਤੇ, अपने गुरु प्रसादे। अब तो जाए चढ़े सिंहासन, मिले हैं सारंग पानी, राम कबीरा एक पहे हैं, को ना सके पछाणी। इस करके बहुत सारे लोग गुरु अमरदास महाराज जी आखन लगे, एवें लोकी उसका मुल पाउण लई खप खपा रहे हैं, विलक रहे हैं, बड़े दुखी हो रहे हैं भी किते अंत पा लईए। कोई समाधि ला रहा है, कोई पुट्ठा लटक रहा है, कोई तोहने तपा के बैठा होया है, कोई बर्फ में जाके बैठा होया, कोई नंगे पैरी यात्रावां कर रहा है, कोई व्रत रख रहा, सिर में भुखा रख रहा, नहीं उसका मुल पाया जा सकता। असीं खप रहे, खुआर हो रहे हैं, आप दुखी हो रहे हैं, उन्हें कोई लाभ नहीं है। फिर महाराज कहन लगे, जे हाँ रब नूं समझना है तो ऐसा सतगुर जे मिलै, तिसनों सिर सो पीए, विचों आप जाए। जेकर कोई ऐसा सतगुर मिल पवे, कैसा? गुरु ग्रंथ साहब जी वर्गा। एक बार उच्चारण करो, सतनाम। जे ऐसा सतगुर सानू मिल जाए, पाओ कि जो आत्मिक आनंद देण जोगा होवे,
ਤੇ ਜੇ ਆਤਮਿਕ ਆਨੰਦ ਲੈਣਾ ਨਾ ਗੁਰਸਿੱਖੋ, ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾਂ ਸਾਨੂੰ ਕਿਤੇ ਵੀ ਨਹੀਂ ਮਿਲਣਾ। ਗੁਰੂ ਸਾਹਿਬ ਦੀ ਤਾਂ ਨਿਸ਼ਾਨੀ ਇਹ ਹੈ ਕਿ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਵਿਧਾ ਬਿਨਸ ਜਾਏ, ਹਰ ਪਰਮ ਪਦ ਲਈਏ। ਜਿਹੜਾ ਸਿੱਖ ਵਾਕਈ ਸਿੱਖ ਬਣ ਕੇ ਆਏਗਾ, ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸਮਰੱਥ ਗੁਰੂ ਮੰਨੇਗਾ, ਤੇ ਮੈਂ ਗਾਰੰਟੀ ਨਾਲ ਕਹਿ ਸਕਦਾ ਆਂਦੇ ਹੀ ਸਾਰ ਗੁਰੂ ਸਾਹਿਬ ਦੇ ਜਦੋਂ ਦੀਦਾਰ ਕਰੇਗਾ ਨਾ, ਅੰਦਰ ਸੱਚਾ ਨਹੀਂ ਲਾਇਆ ਪ੍ਰੀਤਮ ਆਪਨੇ, ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾਂ। ਅੰਦਰੋਂ ਖਿੜ ਜਾਏਗਾ, ਉਹ ਨਿਹਾਲ ਹੋ ਜਾਏਗਾ ਵੀ ਮੈਂ ਆਪਣੇ ਗੁਰੂ ਨੂੰ ਸਾਹਮਣੇ ਤੱਕ ਲਿਆ, ਕਿਰਪਾ ਹੋ ਜਾਏਗੀ। ਪਰ ਸਾਨੂੰ ਗੁਰੂ ਦੇਖਣ ਦੀ ਦ੍ਰਿਸ਼ਟੀ, ਦੇਖੋ ਦੋ ਚੀਜ਼ਾਂ ਨੇ, ਇੱਕ ਹੈ ਅੱਖਾਂ ਨਾਲ ਆ ਕੇ ਦੀਦਾਰ ਕਰਨਾ, ਦੀਦ ਨੇ ਦੀਦਾਰ ਸਾਹਿਬ ਕਛ ਨਹੀਂ ਇਸਕਾ ਮੂਲ। ਇੱਕ ਆਪਾਂ ਕਹਿੰਦੇ ਦਰਸ਼ਨ, ਦਰਸ਼ਨ ਦਾ ਅਰਥ ਵਿਦਵਾਨਾਂ ਨੇ ਸਿਧਾਂਤ ਕੀਤਾ। ਦਰਸ਼ਨ ਦਾ ਅਰਥ ਕੀ ਹੈ? ਸਿਧਾਂਤ। ਤੇ ਦੀਦਾਰ ਦਾ ਕੀ ਹੈ? ਅੱਖਾਂ ਨਾਲ ਦੇਖਣਾ। ਅੱਖਾਂ ਨਾਲ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਪਰੋਂ ਰੁਮਾਲੇ ਦੇਖ ਸਕਦੇ ਹਾਂ, ਅੱਖਾਂ ਨਾਲ ਸੰਗਤ ਦੇ ਦਰਸ਼ਨ ਕਰ ਸਕਦੇ ਹਾਂ, ਪਰ ਦਰਸ਼ਨ ਤਾਂ ਉਦੋਂ ਹੋਣਾ ਜਦੋਂ ਆਪਾਂ ਗੁਰੂ ਸਾਹਿਬ ਦੀ ਵਿਚਾਰਧਾਰਾ ਸਿਧਾਂਤ ਨਾਲ ਜੁੜਾਂਗੇ। ਜਿਹੜਾ ਸਿੱਖ ਜਿਵੇਂ ਜਿਵੇਂ ਸਿਧਾਂਤ ਨਾਲ ਜੁੜਦਾ ਜਾਏਗਾ, ਉਹਨੂੰ ਗੁਰੂ ਦੇ ਉਤਨੇ ਹੀ ਦਰਸ਼ਨ ਹੁੰਦੇ ਚਲੇ ਜਾਣਗੇ। ਜਿਤਨੀ ਗੁਰਬਾਣੀ ਦੀ ਸਮਝ ਆਉਂਦੀ ਚਲੀ ਜਾਏਗੀ, ਉਹਦਾ ਜੀਵਨ ਉਂਝ ਹੀ ਬਦਲਣਾ ਸ਼ੁਰੂ ਹੋ ਜਾਏਗਾ। ਮਹਾਰਾਜ ਕਹਿੰਦੇ ਐਸਾ ਸਤਿਗੁਰ ਜਿਹੜਾ ਕਿ ਆਨੰਦ ਦੇਣ ਯੋਗ ਹੋਵੇ, ਐਸੇ ਸਤਿਗੁਰ ਨੂੰ ਜੇ ਆਪਣਾ ਸਿਰ ਸੌਂਪ ਦਈਏ, ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ, ਔਰ ਕਿਸ ਨੂੰ ਆਪਣਾ ਆਪ ਸਮਰਪਣ ਕਰ ਦੇਣਾ ਚਾਹੀਦਾ ਹੈ। ਤੇ ਫਿਰ ਕੀ ਹੋਏਗਾ? ਵਿੱਚੋਂ ਆਪ ਜਾਏ। ਜਿਹੜਾ ਵੀ ਸਿੱਖ ਆ ਕੇ ਗੁਰੂ ਅੱਗੇ ਆਪਣਾ ਆਪ ਸਮਰਪਣ ਕਰ ਦੇਗਾ, ਉਹਦੇ ਵਿੱਚੋਂ ਮੈਂ ਨਹੀਂ ਰਹੇਗੀ, ਹਉਮੈ ਖਤਮ ਹੋ ਜਾਏਗੀ। ਸਾਨੂੰ ਐਸਾ ਸਤਿਗੁਰ ਮਿਲਿਆ ਹੋਇਆ ਹੈ, ਬਸ ਲੋੜ ਹੈ ਕਿ ਇਹ ਸਿਰ ਅਰਪਣ ਕਰਨ ਦੀ ਲੋੜ ਹੈ। ਮੱਥਾ ਤਾਂ ਰੋਜ਼ ਟੇਕਦੇ ਹਾਂ, ਪਰ ਨਾਲ ਹੀ ਚੁੱਕ ਕੇ ਲੈ ਜਾਂਦੇ ਹਾਂ। ਉਚਾਰਨ ਕਰੋ ਸਤਿਨਾਮ। ਇਹ ਸਿਰ ਨਾ, ਆਪਣੀ ਸਿਰ ਦਾ ਅਰਥ ਹੈ ਆਪਣੀਆਂ ਵਿਚਾਰਾਂ, ਆਪਣੀ ਮਤ, ਇਹ ਆਪਣੇ ਕੋਲ ਹੀ ਰੱਖਦੇ ਹਾਂ। ਆਪਾਂ ਇੱਥੇ ਆਪਣੀ ਮਤ ਛੱਡਣੀ ਹੈ, ਗੁਰੂ ਸਾਹਿਬ ਦੀ ਮਤ ਲੈਣੀ ਹੈ। ਸੌਂਪ ਦਿੱਤਾ ਸਿਰ ਸਿੱਖ ਨੇ, ਜਿਤਨਾ ਆਪਣੀ ਮਤ ਇੱਥੇ ਛੱਡ ਗਿਆ, ਗੁਰੂ ਸਾਹਿਬ ਦੀ ਮਤ ਲੈ ਕੇ ਗਿਆ, ਉਸ ਨਾਲ ਸਮਝ ਲਓ ਗੁਰੂ ਨੂੰ ਸਿੱਖ ਨੇ ਆਪਣਾ ਸਿਰ ਸੌਂਪ ਦਿੱਤਾ। ਤੇ ਫਿਰ ਤੁਹਾਡੇ ਵਿੱਚ ਮੈਂ ਨਹੀਂ ਰਹੇਗੀ, ਫਿਰ ਮੇਰੇ ਵਿੱਚ ਮੈਂ ਨਹੀਂ ਰਹੇਗੀ, ਕਿਉਂਕਿ ਮੈਨੂੰ ਫਿਰ ਹੁਣ ਜਗ੍ਹਾ ਹੀ ਨਹੀਂ, ਕਿਉਂਕਿ ਹੁਣ ਮਤ ਮੇਰੀ ਹੈ ਹੀ ਨਹੀਂ। ਮੈਂ ਆਪਣੇ ਗੁਰੂ ਨੂੰ ਅਰਪਣ ਕਰ ਦਿੱਤਾ। ਕੋਈ ਅੱਜ ਮੈਨੂੰ ਚੰਡੀਗੜ੍ਹੋਂ ਫੋਨ ਆਇਆ ਵੀ ਗੁਰੂ ਨੂੰ ਕੀ ਅਰਪਣ ਕਰਨਾ ਚਾਹੀਦਾ, ਕਿਉਂਕਿ ਮੈਨੂੰ ਕੀ ਪੁੱਛਣ ਦੀ ਲੋੜ ਹੈ? ਰੋਜ਼ ਤਾਂ ਤੁਸੀਂ ਆਨੰਦ ਸਾਹਿਬ ਪੜ੍ਹਦੇ ਹੋ, ਤਨ ਮਨ ਤਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ। ਗੁਰੂ ਨੇ ਤਾਂ ਲਿਖਿਆ ਹੋਇਆ ਬਾਣੀ 'ਚ, ਇਹ ਤਾਂ ਕੋਈ ਵੱਡਾ ਸਵਾਲ ਨਹੀਂ ਤੁਸੀਂ ਮੈਨੂੰ ਪੁੱਛੋ ਵੀ ਕੀ ਅਰਪਣ ਕਰਨਾ ਚਾਹੀਦਾ। ਗੁਰੂ ਸਾਹਿਬ ਨੇ ਕਹਿ ਦਿੱਤਾ ਤਨ ਮਨ ਧਨ ਗੁਰੂ ਨੂੰ ਅਰਪਣ ਕਰ ਦੇ। ਕਿਉਂਕਿ ਆਪਣੇ ਜਿਹੜੇ ਖਿਆਲਾਤ ਤੋਂ ਇਹਨਾਂ ਤਿੰਨਾਂ ਦੇ ਪ੍ਰਤੀ, ਤਨ ਮਨ ਧਨ ਦੇ ਪ੍ਰਤੀ ਬਣਾਏ ਨੇ ਨਾ, ਜੋ ਸੋਚ ਤੋਂ ਸੋਚੀ ਹੋਈ ਹੈ, ਇਹ ਸੋਚ ਨੂੰ ਗੁਰੂ ਅੱਗੇ ਅਰਪਣ ਕਰ ਦੇ। ਗੁਰੂ ਨੇ ਇਹਨਾਂ ਦੇ ਪਰਥਾਏ ਜਿਹੜੀ ਸੋਚ ਬਖਸ਼ੀ, ਉਹਨੂੰ ਗ੍ਰਹਿਣ ਕਰ ਲੈ। ਇਹੀ ਗੁਰੂ ਨੂੰ ਸਿਰ ਸੌਂਪਣਾ। ਮੱਥਾ ਤਾਂ ਮੈਂ 10 ਵਾਰੀ ਟੇਕਦਾ, ਪਰ ਮੱਥਾ ਮੇਰਾ ਇੱਕ ਵਾਰੀ ਵੀ ਨਹੀਂ ਟਿਕਦਾ। ਕਿਉਂ? ਕਿਉਂਕਿ ਮੈਂ ਆਪਣੀ ਮਤ, ਆਪਣੇ ਵਿਚਾਰ, ਆਪਣੇ ਫੁਰਨੇ, ਆਪਣੇ ਖਿਆਲ ਇੱਥੇ ਆ ਕੇ ਅਰਪਣ ਨਹੀਂ ਕਰਦਾ, ਮੈਨੂੰ ਕਰਨੇ ਪੈਣੇ ਨੇ। ਫਿਰ ਮਹਾਰਾਜ ਕਹਿੰਦੇ ਨੇ ਜੇ ਕਿਤੇ ਤੂੰ ਐਸੇ ਸਤਿਗੁਰ ਨੂੰ ਸਿਰ ਸੌਂਪ ਦੇਵੇਂ, ਤੇਰੇ ਵਿੱਚੋਂ ਹਉਮੈ ਜਿਹੜੀ ਹੈ ਉਸਦਾ ਅਭਾਵ ਹੋ ਜਾਏਗਾ। ਭਾਵ ਕਿ ਹਉਮੈ ਨਹੀਂ ਰਹੇਗੀ, ਕਿਉਂਕਿ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਈ। ਜੇ ਗੁਰੂ ਦੇ ਹੁਕਮ ਨੂੰ ਬੁਝ ਲਾਂਗੇ ਤੇ ਹਉਮੈ ਆਖਾਂਗੇ ਨਹੀਂ। ਕਿਹੜੀ ਗੱਲ ਦੀ ਹਉਮੈ ਕਰਨੀ? ਕੁਛ ਹੈ ਆਪਣਾ? ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਤੇਰਾ ਤੁਝ ਕੋ ਸੌਂਪਤੇ। ਹੁਣ ਇੱਥੇ ਕੋਈ ਅਹੰਕਾਰ ਰਹਿ ਜਾਏਗਾ ਕਿੱਥੇ, ਜਦੋਂ ਮੇਰਾ ਕੁਝ ਹੈ ਹੀ ਨਹੀਂ ਹੈ, ਹੈ ਹੀ ਸਭ ਕੁਝ ਪਰਮਾਤਮਾ ਦਾ ਦਿੱਤਾ ਹੋਇਆ। ਤੇ ਫਿਰ ਮੇਰਾ, ਜੇ ਮੈਂ ਕੁਛ ਸੇਵਾ ਕਰ ਰਿਹਾ ਤਾਂ ਮੈਂ ਨਹੀਂ ਕਰ ਰਿਹਾ, ਗੁਰਦੁਆਰੇ ਸਤਸੰਗ 'ਚ ਬੈਠਾ ਤਾਂ ਮੈਂ ਨਹੀਂ ਬੈਠਾ, ਜੇ ਮੈਂ ਦਾਨ ਪੁੰਨ ਕਰ ਰਿਹਾ ਤਾਂ ਮੈਂ ਨਹੀਂ ਕਰ ਰਿਹਾ। ਦਿੱਤਾ ਹੋਇਆ ਪਰਮਾਤਮਾ ਦਾ, ਫਿਰ ਉਸ ਦਾ ਅਹੰਕਾਰ ਨਹੀਂ ਨਾ ਕਰਾਂਗੇ। ਪਰ ਅਸੀਂ ਕਰਦੇ ਹਾਂ। ਦੇਖੋ ਅਸੀਂ ਪੱਖਾ ਲਵਾਇਆ, ਅਸੀਂ ਇੱਕ ਦਾਨ ਕੀਤਾ। ਔਰ ਮੈਂ ਇੱਕ ਬੇਨਤੀ ਕਰਾਂ, ਕਈ ਸੰਗਤ ਦੇ ਲਫ਼ਜ਼ ਇਹੀ ਹੁੰਦੇ ਦਾਨ ਕੀਤਾ। ਦਾਨ ਲਫ਼ਜ਼ ਗਰੀਬ ਨੂੰ ਹੁੰਦਾ, ਇੱਥੇ ਤਾਂ ਕੇਵਲ ਭੇਟਾ ਹੀ ਹੁੰਦੀ। ਇੱਕ ਵਾਰੀ ਉਚਾਰਨ ਕਰੋ ਸਤਿਨਾਮ। ਇੱਥੇ ਦਾਨ ਨਹੀਂ ਅਸੀਂ ਦੇ ਸਕਦੇ, ਇੱਥੋਂ ਤਾਂ ਸਭ ਕੁਝ ਲੈਂਦੇ ਹਾਂ। ਇੱਥੇ ਤਾਂ ਕੇਵਲ ਭੇਟ ਹੋ ਸਕਦੀ। ਨਜ਼ਰਾਨਾ ਦੇ ਸਕਦੇ ਗੁਰੂ ਨੂੰ, ਮਹਾਰਾਜ ਇਹ ਨਜ਼ਰਾਨਾ ਸਾਡਾ ਕਬੂਲ ਕਰ ਲਓ, ਇਹ ਭੇਟ ਸਾਡੀ ਕਬੂਲ ਕਰ ਲਓ। ਇੱਥੇ ਕੋਈ ਦਾਨ ਨਹੀਂ ਦੇ ਸਕਦਾ। ਜਿਹੜਾ ਕਹਿੰਦਾ ਦਾਨ ਦਿੱਤਾ ਉਹ ਬੜੇ ਗਰੂਰ ਵਿੱਚ ਹੈ, ਹੰਕਾਰ ਵਿੱਚ ਹੈ। ਦਾਨ ਆਪਣੇ ਤੋਂ ਛੋਟੇ ਨੂੰ ਦਿੱਤਾ ਜਾਂਦਾ ਹੈ।
ਦਾਨ ਵੱਡੇ ਨੂੰ ਨਹੀਂ ਦਿੱਤਾ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਐਸੇ ਸਤਿਗੁਰੂ ਨੂੰ ਜੇ ਆਪਾਂ ਆਪਣਾ ਆਪ ਆਪਣਾ ਸਿਰ ਦੇ ਦਈਏ ਨਾ, ਔਰ ਗੁਰਬਾਣੀ ਵਿੱਚ ਇੱਕ ਥਾਂ 'ਤੇ ਨਹੀਂ, ਗੁਰੂ ਨਾਨਕ ਪਾਤਸ਼ਾਹ ਦੇ ਬਚਨ ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ। ਇੱਥੇ ਤਾਂ ਪਹਿਲਾ ਮਰਨ ਕਬੂਲ, ਜੀਵਨ ਕੀ ਛੜ ਆਸ ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਇੱਥੇ ਤਾਂ ਸਪਸ਼ਟ ਕਿਹਾ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ, ਅੰਮ੍ਰਿਤ ਨਾਮ ਸਦਾ ਮਨ ਮਿੱਠਾ, ਸਬਦੇ ਪਾਵੇ ਕੋਈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਤੂੰ ਆਪਣਾ ਆਪ ਗੁਰੂ ਅੱਗੇ ਅਰਪਣ ਕਰ। ਫਿਰ ਕੀ ਹੋਏਗਾ? ਜਿਸ ਦਾ ਜੀਓ, ਜਦੋਂ ਮੈਂ ਖਤਮ ਹੋ ਗਈ, ਦੇਖੋ ਸਾਡੇ ਔਰ ਪਰਮਾਤਮਾ ਵਿੱਚ ਕੋਈ ਰੁਕਾਵਟ ਨਹੀਂ, ਮਿਲਾਪ ਦੇ ਵਿੱਚ ਕੋਈ ਰੁਕਾਵਟ ਹੈ। ਤਨ ਪਿਰ ਕਾ ਇੱਕ ਹੀ ਸੰਗ ਬਾਛਾ, ਵਿੱਚ ਹਉਮੈ ਭੀਤ ਕਰਾਰੀ। ਤਨ ਦਾ ਅਰਥ ਹੈ ਜੀਵ ਆਤਮਾ, ਪਿਰ ਦਾ ਅਰਥ ਹੈ ਪਤੀ ਪਰਮਾਤਮਾ, ਦੋਨੋਂ ਇੱਕੋ ਹੀ ਹਿਰਦੇ ਰੂਪੀ ਸੇਜਾ 'ਤੇ ਰਹਿੰਦੇ ਨੇ, ਦੋਨੋਂ ਇਕੱਠੇ ਹੀ ਨੇ, ਆਤਮਾ ਵੀ ਅਤੇ ਪਰਮਾਤਮਾ ਵੀ। ਬਸ ਹਉਮੈ ਦੀ ਕੰਧ ਹਟਾਉਣ ਦੀ ਲੋੜ ਹੈ। ਮਿਲਾਪ ਹੋਇਆ ਹੋਇਆ ਹੈ ਹੀ ਕੋਈ ਗੱਲ ਨਹੀਂ, ਪਰ ਇਹ ਹਉਮੈ ਇੱਦਾਂ ਹਟਦੀ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਤਨ ਪਿਰ ਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ, ਗੁਰ ਪੂਰੈ ਹਉਮੈ ਭੀਤ ਤੋਰੀ, ਜਨ ਨਾਨਕ ਮਿਲੇ ਵਰਮੈ। ਪੂਰਾ ਗੁਰੂ ਚਾਹੀਦਾ ਇਹ ਹਉਮੈ ਦੀ ਕੰਧ ਤੋੜਨ ਵਾਸਤੇ। ਅਤੇ ਜਿਹਦੀ ਹਉਮੈ ਟੁੱਟ ਗਈ, ਕਹਿਣ ਲੱਗੇ ਜਿਸ ਦਾ ਜੀਓ ਤਿਸ ਮਿਲ ਰਹਿ। ਮੈਂ ਕਹਿੰਦੇ ਜੀਵਨ ਉਸ ਬੰਦੇ ਦਾ ਹੀ ਸਫਲ ਹੈ ਜਿਸ ਦੇ ਮਨ ਵਿੱਚ ਸਦਾ ਹਰੀ ਦਾ ਵਾਸਾ ਹੋਵੇ। ਹਰ ਵਸੈ ਮਨ ਆਏ, ਤਾਂ ਉਸ ਦਾ ਆਤਮਾ ਪਰਮਾਤਮਾ ਵਿੱਚ ਅਭੇਦ ਹੋ ਜਾਂਦਾ ਹੈ। ਜਿਸ ਦਾ ਜੀਓ ਤਿਸ ਮਿਲ, ਉਸ ਵਿੱਚ ਮਿਲ ਜਾਂਦਾ ਹੈ। ਹਰ ਵਸੈ ਮਨ ਆਏ, ਜਦੋਂ ਹਰੀ ਪਰਮਾਤਮਾ ਦਾ ਵਾਸਾ ਮਨ ਵਿੱਚ ਹੋ ਜਾਂਦਾ ਹੈ। ਮਨ ਪਾਓ ਤੁਹਾਡੇ ਖਿਆਲਾਂ ਵਿੱਚ, ਤੁਹਾਡੇ ਫੁਰਨਿਆਂ ਵਿੱਚ, ਤੁਹਾਡੀ ਸੋਚਣੀ ਵਿੱਚ, ਤੁਹਾਡੇ ਦਿਮਾਗ 'ਚ ਇਹ ਗੱਲ ਕਰ ਕਰਕੇ ਵੀ ਇਹ ਸਭ ਰੱਬ ਕਰਵਾ ਰਿਹਾ, ਵਡਿਆਈ ਮੇਰੀ ਝੋਲੀ ਵਿੱਚ ਪਾਈ ਜਾਂਦਾ ਹੈ। ਇੱਕ ਵਾਰ ਉਚਾਰਨ ਕਰੋ ਸਤਿਨਾਮ। ਬੰਦਾ ਕੋਈ ਕੁਛ ਨਹੀਂ ਕਰ ਸਕਦਾ, ਇਹ ਤਾਂ ਕਰਾ ਲੈਂਦਾ ਪਰਮਾਤਮਾ। ਤਾਂ ਹੀ ਮਹਾਰਾਜ ਨੇ ਆਖਿਆ ਤੁਧੇ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ ਨਾਮ ਕੋਈ ਨਹੀਂ ਜਾਣਦਾ, ਇਹ ਸਭ ਤੇਰੀ ਵਡਿਆਈ ਹੈ। ਜਿਸ ਦਾ ਜੀਓ ਤਿਸ ਮਿਲ ਰਿਹਾ, ਹਰ ਵਸੈ ਮਨ ਆਏ। ਜੀਵਨ ਉਸ ਦਾ ਸਫਲਾ ਸਮਝੋ ਕਿ ਜਿਸ ਦੇ ਮਨ ਵਿੱਚ ਹਰੀ ਦਾ ਵਾਸਾ ਹੋਵੇ, ਅਤੇ ਫਿਰ ਉਸ ਦੀ ਆਤਮਾ ਪਰਮਾਤਮਾ ਵਿੱਚ ਅਭੇਦ ਹੋ ਜਾਂਦੀ ਹੈ। ਫਿਰ ਮਹਾਰਾਜ ਕਹਿੰਦੇ ਹਰ ਆਪ ਅਮੋਲਕ ਹੈ, ਭਾਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਹੈ ਨਾਨਕ, ਹਰੀ ਪਰਮਾਤਮਾ ਆਪ ਅਮੁੱਲ ਹੈ, ਉਹਦਾ ਕੋਈ ਮੁੱਲ ਨਹੀਂ ਪਾ ਸਕਦਾ। ਉਹ ਬੰਦੇ ਵੀ ਵੱਡੇ ਭਾਗਾਂ ਵਾਲੇ ਸਮਝੋ। ਭਾਗਤ ਨਾ ਕੇ ਨਾਨਕਾ, ਹੈ ਨਾਨਕ, ਉਹਨਾਂ ਨੂੰ ਵੀ ਵੱਡੇ ਭਾਗਾਂ ਵਾਲੇ ਸਮਝੋ। ਇਹਨਾਂ ਨੂੰ ਜਿਨ ਹਰ ਪੱਲੇ ਪਾਏ, ਜਿਨ੍ਹਾਂ ਨੂੰ ਵਾਹਿਗੁਰੂ ਆਪਣੇ ਅਤੇ ਗੁਰੂ ਦੇ ਲੜ ਲਾ ਦਿੰਦਾ ਹੈ, ਆਪਣੇ ਚਰਨਾਂ ਨਾਲ ਜੋੜ ਲੈਂਦਾ, ਆਪਣੇ ਪੱਲੇ ਲਾ ਲੈਂਦਾ, ਉਹ ਭਾਗਾਂ ਵਾਲੇ ਸਮਝੋ। ਜਿਹੜੇ ਗੁਰੂ ਦੇ ਪੱਲੇ ਨਹੀਂ ਲੱਗ ਸਕੇ, ਪਰਮਾਤਮਾ ਦੇ ਚਰਨੀ ਨਹੀਂ ਲੱਗ ਸਕੇ, ਵਾਹਿਗੁਰੂ ਨੇ ਆਪਣੇ ਨਾਲ ਜੋੜਿਆ ਨਹੀਂ, ਗੁਰੂ ਨੇ ਆਪਣੇ ਨਾਲ ਜੋੜਿਆ ਨਹੀਂ, ਉਹਨਾਂ ਨੂੰ ਗੁਰਮਤਿ ਅਭਾਗੇ ਕਹਿੰਦੀ ਹੈ। ਜਿਨ੍ਹਾਂ ਨੂੰ ਗੁਰੂ ਆਪਣੇ ਨਾਲ ਜੋੜ ਲੈਂਦਾ, ਉਹ ਭਾਗਾਂ ਵਾਲੇ ਬਣ ਜਾਂਦੇ। ਹੁਣ ਸਾਡੀ ਮਰਜ਼ੀ ਹੈ ਵੀ ਆਪਾਂ ਗੁਰੂ ਅੱਗੇ ਸੀਸ ਭੇਟ ਕਰਨਾ ਕਿ ਨਹੀਂ ਕਰਨਾ। ਜਿਹੜਾ ਭੇਟਾ ਕਰਕੇ ਜਾਏਗਾ, ਗੁਰੂ ਆਪਣੇ ਨਾਲ ਉਹਨੂੰ ਮਿਲਾ ਲਏਗਾ, ਪਰਮੇਸ਼ਰ ਆਪਣੇ ਚਰਨਾਂ ਨਾਲ ਜੋੜ ਲਏਗਾ। ਔਰ ਜਿਹੜੇ ਪਰਮਾਤਮਾ ਦੇ ਨਾਲ ਜੁੜ ਗਏ, ਔਰ ਮੈਂ ਇਹ ਵੀ ਕਹਿ ਦੇਵਾਂ ਜਿਨ੍ਹਾਂ ਦੇ ਵੱਲ ਮੇਰਾ ਮਾਲਕ ਹੋ ਜਾਂਦਾ ਹੈ। ਸਤਿਗੁਰੂ ਨੇ ਗਵਾਹੀ ਦਿੱਤੀ ਬਾਣੀ ਵਿੱਚ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਟੋਟ ਨਾ ਆਵੇ, ਖਾਏ ਖਰਚ ਰਹਿਣ ਦਾ, ਲਖ 84 ਮੇਦਨੀ ਸਭ ਸੇਵ ਕਰਨ ਦਾ, ਲੇਖਾ ਕੋਈ ਨਾ ਪੁੱਛੇ, ਜਾਂ ਹਰ ਬਖਸ਼ਣ ਦਾ। ਇਹ ਵੈਰੀ ਮਿੱਤਰ ਸਭ ਕੀਤੀਆਂ ਨੇ ਮੰਗੇ ਮੰਦਾ। ਇਹ ਵੈਰੀ ਵੀ ਮਿੱਤਰ ਬਣ ਜਾਂਦੇ ਨੇ। ਜਦੋਂ ਅਕਾਲ ਪੁਰਖ ਵਾਹਿਗੁਰੂ ਸਾਡੇ ਵੱਲ ਹੋ ਜਾਂਦਾ, ਉਦੋਂ ਹੁੰਦਾ ਜਦੋਂ ਸਾਨੂੰ ਆਪਣੇ ਪੱਲੇ ਨਾਲ ਲੈ ਲੈਂਦਾ, ਆਪਣਾ ਬਣਾ ਲੈਂਦਾ। ਇਸ ਕਰਕੇ ਉਸ ਦਾ ਬਣਨਾ ਚਾਹੁੰਦੇ ਹਾਂ ਤਾਂ ਫਿਰ ਜੋ ਸਤਿਗੁਰੂ ਨੂੰ ਸਿਰ ਸੌਂਪ ਦਈਏ, ਸਤਿਗੁਰ ਸਾਡੀ ਗੱਲਬਾਤ ਪਰਮਾਤਮਾ ਨਾਲ ਆਪੇ ਹੀ ਕਰਾ ਦੇਗਾ। ਆਓ ਪੌੜੀ ਦੀ ਪਾਠ ਕਰਕੇ ਗੁਰੂ ਸਾਹਿਬ ਨੇ ਜੋ ਵਿਚਾਰ ਬਖਸ਼ੀ ਹੈ ਉਹਨੂੰ ਪਰਪੱਕ ਕਰ ਲਈਏ, ਮਹਾਰਾਜ ਦੇ ਬਚਨਾਂ ਦੀ ਕਮਾਈ ਕਰ ਲਈਏ। ਹਰ ਆਪ ਅਮੋਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਬਿਟੋਂ, ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ, ਤਿਸਨੂੰ ਸਿਰ ਸੌਂਪੀਐ, ਵਿੱਚੋਂ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹਿ, ਹਰ ਵਸੈ ਮਨ ਆਏ। ਹਰ ਆਪ ਅਮੋਲਕ ਹੈ,
ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ। ਹਰ ਆਪ ਅਮੋਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।